ਸੀਗਾ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਤੁਹਾਡੇ ਵਾਸਤੇ ਵੀ ਲੈਕਚਰ ਲੈ ਕੇ ਆਇਆ ਮੈਂ। ਇਹ ਲੈਕਚਰ ਹੈਗਾ ਪ੍ਰੀ ਐਂਡ ਪੋਸਟ ਆਪਰੇਟਿਵ ਕੇਅਰ ਆਫ ਪੇਸ਼ੈਂਟ। ਕੀ ਮਤਲਬ ਹੈ ਇਹਦਾ? ਕਹਿੰਦਾ ਜਦੋਂ ਕਿਸੇ ਵੀ ਬੰਦੇ ਦਾ ਆਪਰੇਸ਼ਨ ਹੋਣਾ ਹੁੰਦਾ, ਉਹਦੇ ਜਿਹੜੇ ਮਤਲਬ ਕੋਈ ਵੀ ਉਹਦੇ ਰਿਕਾਰਡ ਚੈੱਕ ਕਰਨੇ ਹੁੰਦੇ ਆ ਜਾਂ ਰਿਕਾਰਡ ਬਣਾਉਣੇ ਹੁੰਦੇ ਆ। ਠੀਕ ਹੈ। ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ। ਇਹਦੇ ਵਿੱਚ ਆਪਾਂ ਉਹ ਗੱਲਾਂ ਕਰਾਂਗੇ ਕਿ ਜਿਹੜੀ ਮਰੀਜ਼ ਦੀ ਆਪਾਂ ਕੇਅਰ ਕਰਨੀ ਹੈ, ਕੀ ਕਰਦੀ ਹੈ, ਮਰੀਜ਼ ਦੀ ਕੇਅਰ ਕਰਨੀ ਹੈ ਆਪਰੇਸ਼ਨ ਤੋਂ ਪਹਿਲਾਂ ਅਤੇ ਆਪਰੇਸ਼ਨ ਤੋਂ ਬਾਅਦ। ਠੀਕ ਹੈ। ਕੀ ਕਰਨੀ ਹੈ, ਮਰੀਜ਼ ਦੀ ਆਪਾਂ ਕੀ ਕਰਨੀ ਹੈ, ਕੇਅਰ ਕਰਨੀ ਹੈ ਭਾਈ ਆਪਰੇਸ਼ਨ ਤੋਂ ਪਹਿਲਾਂ ਅਤੇ ਆਪਰੇਸ਼ਨ ਤੋਂ ਬਾਅਦ। ਤਾਂ ਉਹਦੇ ਬਾਰੇ ਆਪਾਂ ਪੇਸ਼ੈਂਟ ਨੂੰ ਉਹਦੇ ਬਾਰੇ ਜਾਗਰੂਕ ਕਰਨਾ ਗਾ। ਠੀਕ ਹੈ। ਦੇਖਦੇ ਹਾਂ ਆਪਾਂ ਕਿ ਆਪਰੇਸ਼ਨ ਤੋਂ ਪਹਿਲਾਂ ਕੀ ਚੀਜ਼ਾਂ ਕਰਦੇ ਅਤੇ ਆਪਰੇਸ਼ਨ ਤੋਂ ਬਾਅਦ ਆਪਾਂ ਕੀ ਚੀਜ਼ਾਂ ਨਹੀਂ ਕਰਦੇ ਅਤੇ ਕੀ ਕਰਨੀਆਂ ਚਾਹੀਦੀਆਂ। ਸਾਰੀਆਂ ਚੀਜ਼ਾਂ ਤੁਹਾਨੂੰ ਇਹ 'ਚ ਸਮਝਾਊਂਗਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਭਾਈ। ਠੀਕ ਹੈ। ਬਾਰਡਰ ਟ੍ਰੈਂਡ ਦੀ ਡੇਟ ਆ ਗਈ 14 ਸਤੰਬਰ ਦੀ। ਇੱਕ ਹੋਰ ਸੀ, ਪਤਾ ਨਹੀਂ ਕਿਹੜਾ ਕਲਨ ਜਿਹਾ, ਉਹਨੇ ਮੈਸੇਜ ਕੀਤਾ, ਕਹਿੰਦਾ ਜੀ ਉਹ ਕਹਿੰਦਾ ਆਪਦੇ ਕੋਲ ਹੀ ਉਹ ਕਹਿਤਾ ਜੀ ਪੇਪਰ ਦੀ ਡੇਟ ਦੇਤੀ, ਕਹਿੰਦਾ ਵੈਬਸਾਈਟ 'ਤੇ ਤਾਂ ਹੈ ਨਹੀਂ। ਉਹ ਅੰਨਿਆ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਲਾ, ਉਹਦੇ ਉੱਪਰ ਹੀ ਪਿਆ ਗਾ ਵਾਰਡ ਅਟੈਂਡੈਂਟ ਲਿਖਿਆ ਵਾ। ਵੈਬਸਾਈਟ 'ਤੇ ਡਾਊਨਲੋਡ ਕੀਤਾ, ਹੋਰ ਤੇਰਾ ਇਹ ਪਿਓ ਦੇ ਗਿਆ ਮੈਨੂੰ। ਅਤੇ ਚਲੋ ਭਾਈ ਚੱਲਦੇ ਹਾਂ। ਪ੍ਰੀ ਐਂਡ ਪੋਸਟ ਆਪਰੇਟਿਵ ਕੇਅਰ ਆਫ ਪੇਸ਼ੈਂਟ। ਠੀਕ ਹੈ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਲਓ। ਚਲੋ ਜੀ, ਦੇਖੋ ਬੱਚਿਓ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਪੋਸਟ ਦਾ ਮਤਲਬ ਹੁੰਦਾ ਬਾਅਦ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਪ੍ਰੀ ਦਾ ਮਤਲਬ ਪਹਿਲਾਂ, ਪੋਸਟ ਦਾ ਮਤਲਬ ਬਾਅਦ। ਕਹਿੰਦਾ ਮਤਲਬ ਇਸ ਪ੍ਰੀ ਦਾ ਮਤਲਬ ਪਹਿਲਾਂ ਦੀਆਂ ਚੀਜ਼ਾਂ ਕੀ ਹੁੰਦੀਆਂ ਆਪਰੇਸ਼ਨ ਕਰਨ ਤੋਂ, ਅਤੇ ਪੋਸਟ ਦਾ ਮਤਲਬ ਆਪਰੇਸ਼ਨ ਤੋਂ ਬਾਅਦ ਦੀਆਂ ਚੀਜ਼ਾਂ ਕੀ ਹੁੰਦੀਆਂ। ਦੇਖੋ, ਇਹ ਟੌਪਿਕ ਸਾਡੇ ਹੋਮ ਬੇਸਡ ਹੌਸਪੀਟਲ ਦੇ ਲਈ ਬਹੁਤ ਅਹਿਮ ਹੈ, ਇਸ ਲਈ ਅਸੀਂ ਬਾਰੇ ਚੰਗੀ ਤਰ੍ਹਾਂ ਜਾਣੋ। ਦੇਖੋ, ਜਿਵੇਂ ਪ੍ਰੀ ਆਪਰੇਟਿਵ ਦਾ ਮਤਲਬ ਇਹ ਹੈ ਕਿ ਆਪਰੇਸ਼ਨ ਕਰਨ ਤੋਂ ਪਹਿਲਾਂ ਜੋ ਕੁਝ ਮਰੀਜ਼ ਨਾਲ ਵਤੀਰਾ ਕੀਤਾ ਜਾਂਦਾ ਹੈ ਜਾਂ ਜੋ ਕੋਈ ਵੀ ਟੈਸਟ ਕੀਤੇ ਜਾਂਦੇ ਹਨ, ਉਸ ਬਾਰੇ ਦੱਸਿਆ ਜਾਂਦਾ ਹੈਗਾ। ਠੀਕ ਹੈ। ਪੁੱਛਿਆ ਜਾ ਸਕਦਾ ਪ੍ਰੀ ਆਪਰੇਟਿਵ ਦੇ ਵਿੱਚ ਕੀ ਹੁੰਦਾ ਹੈ। ਪ੍ਰੀ ਆਪਰੇਟਿਵ ਦੇ ਵਿੱਚ ਆਪਰੇਸ਼ਨ ਤੋਂ ਪਹਿਲਾਂ ਦੀਆਂ ਚੀਜ਼ਾਂ, ਟੈਸਟ, ਵਤੀਰਾ ਮਰੀਜ਼ ਨਾਲ ਕਿਵੇਂ ਕਰਨਾ, ਤਾਂ ਉਹ ਚੀਜ਼ਾਂ ਹੁੰਦੀਆਂ ਬੱਚੋ। ਠੀਕ ਹੈ। ਮਰੀਜ਼ ਨੂੰ ਮਤਲਬ ਦੱਸਣਾ ਕਿ ਭਾਈ ਤੁਹਾਡਾ ਆਪਰੇਸ਼ਨ ਬਹੁਤ ਸੇਫ ਢੰਗ ਨਾਲ ਕਰਾਂਗੇ ਅਸੀਂ। ਠੀਕ ਹੈ। ਕਿ ਬਹੁਤ ਵਧੀਆ ਢੰਗ ਨਾਲ ਤੁਹਾਡਾ ਆਪਰੇਸ਼ਨ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ। ਇਸ ਤਰ੍ਹਾਂ ਦਾ ਵਤੀਰਾ ਰੱਖਣਾ, ਕਿਤੇ ਇਹ ਨਾ ਹੋਵੇ ਕਿ ਤੁਸੀਂ ਮਾਰ ਕੇ ਗੱਪ ਉਹਦੇ ਵਿੱਚ ਅਤੇ ਤਰਾਹ ਕੱਢ ਦਿਓ ਉਹਦਾ। ਠੀਕ ਹੈ। ਡਰਾਈ ਜਾਓ ਉਹਨੂੰ ਬੈਠੇ, ਤਾਂ ਕਰਕੇ ਉਹਨੂੰ ਹੌਸਲਾ ਦੇਣਾ ਹੁੰਦਾ ਵੱਧ ਤੋਂ ਵੱਧ। ਇਸ ਤੋਂ ਬਾਅਦ ਦੂਸਰੀ ਲਾਈਨ ਜਿਹੜੀ ਬਣਦੀ ਉਹਦੇ 'ਚ ਬਣਦੀ ਹੈ ਭਾਈ ਪੋਸਟ ਆਪਰੇਟਿਵ ਕੀ ਹੁੰਦਾ। ਇਹ ਪ੍ਰਸ਼ਨ ਆ ਸਕਦਾ ਕਿ ਪੋਸਟ ਆਪਰੇਟਿਵ ਕੀ ਹੁੰਦੇ ਆ। ਪੋਸਟ ਆਪਰੇਟਿਵ ਦੇ ਵਿੱਚ ਆਪਰੇਸ਼ਨ ਤੋਂ ਬਾਅਦ ਜੋ ਮਰੀਜ਼ ਆਪ ਟੈਸਟ ਕੀਤੇ ਜਾਂਦੇ ਹਨ, ਮਰੀਜ਼ ਦੇ ਟੈਸਟ ਬਾਅਦ 'ਚ ਕੀਤੇ ਜਾਂਦੇ ਹਨ, ਉਸ ਬਾਰੇ ਇਸ ਵਿੱਚ ਦੱਸਿਆ ਜਾਂਦਾ ਹੈਗਾ। ਠੀਕ ਹੈ ਜੀ। ਦੋ ਚੀਜ਼ਾਂ ਕਲੀਅਰ ਹੋ ਗਈਆਂ, ਪ੍ਰੀ ਆਪਰੇਟਿਵ ਅਤੇ ਪੋਸਟ ਆਪਰੇਟਿਵ। ਹੁਣ ਆਪਾਂ ਗੱਲ ਕਰਦੇ ਹਾਂ ਭਾਈ ਪ੍ਰੀ ਆਪਰੇਟਿਵ ਬਾਰੇ। ਪ੍ਰੀ ਆਪਰੇਟਿਵ ਦੇ 3 ਪਾਰਟ ਨੇ, 3 ਸੈਕਸ਼ਨ ਨੇ ਇਹਦੇ, ਉਹਦੇ ਬਾਰੇ ਚਰਚਾ ਕਰਾਂਗੇ। ਠੀਕ ਹੈ। ਦੇਖੋ, ਸਭ ਤੋਂ ਪਹਿਲਾਂ ਆ ਜਾਊਗਾ ਇਹਦਾ ਸੈਸ਼ਨ ਪ੍ਰੀ ਆਪਰੇਟਿਵ ਦੇ ਵਿੱਚ ਫਿਜ਼ੀਓਲੋਜੀਕਲ ਪ੍ਰੈਪਰੇਸ਼ਨ, ਜਿਹਨੂੰ ਆਪਾਂ ਮਨੋਵਿਗਿਆਨਿਕ ਤਿਆਰੀ ਕਹਿ ਦਿੰਦੇ ਹਾਂ। ਜੇਕਰ ਮਰੀਜ਼ ਜਵਾਨ ਹੈ ਤਾਂ ਉਹ ਆਪਰੇਸ਼ਨ, ਅਨਾਸਥੀਸੀਆ, ਡੈਥ ਆਹ ਸ਼ਬਦਾਂ ਤੋਂ ਦੂਰ ਹੁੰਦਾ। ਕਹਿੰਦਾ ਮਤਲਬ ਜਦੋਂ ਜਿਹੜਾ ਪੇਸ਼ੈਂਟ ਜਵਾਨ ਹੁੰਦਾ ਉਹਨੂੰ ਆਪਰੇਸ਼ਨ ਤੋਂ ਡਰ ਨਹੀਂ ਲੱਗਦਾ, ਨਾ ਉਹਨੂੰ ਡੈਥ ਤੋਂ ਡਰ ਲੱਗਦਾ। ਠੀਕ ਹੈ। ਉਹਦੇ ਵਾਸਤੇ ਇੱਕ ਸਿਰਫ ਆਪਰੇਸ਼ਨ ਆਪਰੇਸ਼ਨ ਹੀ ਹੁੰਦਾ ਗਾ। ਤਾਂ ਅਗਰ ਬੱਚਾ ਆਪਰੇਸ਼ਨ ਵਾਲਾ ਹੈ ਤਾਂ ਉਹ ਅਗਰ ਬੱਚਾ ਹੈਗਾ ਤਾਂ ਉਹ ਡਰੂਗਾ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਦੌਰਾਨ ਬੱਚੇ ਦਾ ਮਰੀਜ਼ ਦੇ ਦਿਲ ਵਿੱਚ ਸਭ ਤੋਂ ਪਹਿਲਾਂ ਆਪਰੇਸ਼ਨ ਦਾ ਡਰ ਖਤਮ ਕਰਨਾ ਹੈ। ਆਪਣਾ ਕੀ ਆਪਰੇਸ਼ਨ ਹੈ, ਆਪਣਾ ਸਭ ਤੋਂ ਪਹਿਲਾਂ ਕੀ ਮਕਸਦ ਹੈ ਕਿ ਜੇ ਕੋਈ ਬੱਚਾ ਹੈ ਜਾਂ ਕੋਈ ਮਰੀਜ਼ ਹੈ ਜਾਂ ਕੋਈ ਜਵਾਨ ਹੈ, ਸਭ ਤੋਂ ਪਹਿਲਾਂ ਉਹਦੇ ਦਿਲ ਦੇ ਵਿੱਚੋਂ। ਇਸ ਤੋਂ ਬਾਅਦ ਆਪਾਂ ਚੱਲਦੇ ਅੱਗੇ। ਇਸੇ ਤਰ੍ਹਾਂ ਬੱਚੇ ਦੇ ਮਰੀਜ਼ ਦਾ ਸਭ ਤੋਂ ਪਹਿਲਾਂ ਡਰ ਖਤਮ ਕਰਨਾ। ਠੀਕ ਹੈ। ਤੁਹਾਨੂੰ ਦੁਬਾਰੇ ਫੇਰ ਦੱਸਦਾ ਕਿ ਡਰ ਖਤਮ ਕਰਨਾ ਉਹਦਾ ਇਹ ਨਹੀਂ ਹੈਗਾ ਤੁਸੀਂ ਉਹਦਾ ਵਿਚਾਰੇ ਨੂੰ ਡਰਾ ਦਿਓ ਕਿ ਇਹ ਤਾਂ ਡਾਕਟਰ ਤਾਂ ਮਾਰ ਦਿਓ, ਡਾਕਟਰ ਤਾਂ ਕਮਲਾ, ਡਾਕਟਰ ਨੂੰ ਕਿਸੇ ਦਾ ਪਤਾ ਹੀ ਨਹੀਂ। ਠੀਕ ਹੈ। ਇਹ ਗੱਲਾਂ ਨਹੀਂ ਕਰਨੀਆਂ ਉਹਦੇ ਕੋਲੇ। ਉਹਨੂੰ ਵੱਧ ਤੋਂ ਵੱਧ ਮਨੋਵਿਗਿਆਨਿਕ ਤੌਰ 'ਤੇ ਉਹਨੂੰ ਸਟਰੋਂਗ ਬਣਾਉਣਾ ਕਿ ਉਹ ਆਪਰੇਸ਼ਨ ਦਾ ਜਿਹੜਾ ਮਤਲਬ ਵਧੀਆ, ਮਤਲਬ ਨਾ ਤਾਂ ਉਹਦਾ ਸਾਹ ਚੜ੍ਹੇ, ਨਾ ਉਹਨੂੰ ਕੋਈ ਘਬਰਾਹਟ ਹੋਵੇ। ਠੀਕ ਹੈ। ਕਿ ਵਧੀਆ ਢੰਗ ਨਾਲ ਪੇਪਰ ਉਹ ਦੇਵੇ, ਆਪਰੇਸ਼ਨ ਕਰਵਾਵੇ ਆਪਦਾ। ਠੀਕ ਹੈ। ਕੀ ਆ ਜਾਂਦਾ ਭਾਈ, ਪੁੱਛੀ ਜਾ ਸਕਦੀ ਕਿ ਪ੍ਰੀ ਆਪਰੇਟਿਵ ਦੇ ਵਿੱਚ ਕਿਹੜੀ ਚੀਜ਼ ਆ ਜਾਂਦੀ ਹੈ, ਫਿਜ਼ੀਓਲੋਜੀਕਲ ਪ੍ਰੀਪਰੇਸ਼ਨ ਆ ਜਾਂਦੀ ਹੈ, ਜਿਹਦੇ ਵਿੱਚ ਜਾਂ ਇਹ ਪੁੱਛ ਸਕਦਾ ਕਿ ਫਿਜ਼ੀਕਲ ਪ੍ਰੀਪਰੇਸ਼ਨ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ। ਜਿਹੜਾ ਮਰੀਜ਼ ਹੁੰਦਾ ਉਹਨੂੰ ਆਪਰੇਸ਼ਨ ਤੋਂ ਪਹਿਲਾਂ ਡਰ ਖਤਮ ਕੀਤਾ ਜਾਂਦਾ ਕਾਹਦੇ ਵਿੱਚ, ਫਿਜ਼ੀਓਲੋਜੀਕਲ ਪ੍ਰੀਪਰੇਸ਼ਨ ਦੇ ਵਿੱਚ। ਇਸ ਤੋਂ ਬਾਅਦ ਇਹਦੇ ਵਿੱਚ ਹੋਰ ਚੀਜ਼ਾਂ ਵੀ ਆ ਗਈਆਂ, ਇਸ ਦੀ ਗੱਲ ਹੀ ਕਰਦੇ ਆਪਾਂ। ਇਹਦੇ ਵਿੱਚ ਹੋਰ ਕੀ ਚੀਜ਼ਾਂ ਫਿਜ਼ੀਓਲੋਜੀ ਦੇ ਵਿੱਚ। ਇਸ ਤੋਂ ਬਾਅਦ ਫਿਜ਼ੀਕਲ ਪ੍ਰੀਪਰੇਸ਼ਨ ਦੇ ਵਿੱਚ ਇੱਕ ਹੋਰ ਚੀਜ਼, ਇਸ ਵਿੱਚ ਮਰੀਜ਼ ਦੀ ਸਰਜਰੀ ਕਰਨ ਤੋਂ ਪਹਿਲਾਂ TPR ਦੇ ਸਮੇਤ ਚੈੱਕ ਕੀਤਾ ਜਾਂਦਾ ਹੈਗਾ। ਪੁੱਛਿਆ ਜਾ ਸਕਦਾ ਕਿ TPR ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈਗਾ। ਸਭ ਤੋਂ ਪਹਿਲਾਂ ਜੋ ਆਪਰੇਸ਼ਨ ਤੋਂ ਪਹਿਲਾਂ ਉਹਦਾ ਜਿਹੜਾ ਮਰੀਜ਼ ਹੈ ਉਹਦਾ ਕੀ ਕੀਤਾ ਜਾਂਦਾ, TPR। ਅਤੇ TPR ਦੀ ਫੁੱਲ ਫਾਰਮ ਜ਼ਰੂਰ ਪੁੱਛੀ ਜਾਣੀ ਹੈ, ਵੈਰੀ ਇੰਪੋਰਟੈਂਟ ਹੈ ਇਹ। ਠੀਕ ਹੈ। TPR ਦੀ ਫੁੱਲ ਫਾਰਮ ਜ਼ਰੂਰ ਪੁੱਛੀ ਜਾਣੀ ਹੈ।
ਟੀ ਦਾ ਮਤਲਬ ਟੈਂਪਰੇਚਰ, ਸਰੀਰ ਦਾ ਟੈਂਪਰੇਚਰ ਕਿੰਨਾ ਗਾ, ਬੁਖਾਰ ਤਾਂ ਨਹੀਂ ਹੈਗਾ ਕਿਤੇ, ਬੁਖਾਰ ਹੈ ਤਾਂ ਨਹੀਂ ਕਿ ਦਿਮਾਗੀ ਬੁਖਾਰ ਤਾਂ ਨਹੀਂ, ਜਾਂ ਕਿਵੇਂ ਵੀ ਟੈਂਪਰੇਚਰ ਚੈੱਕ ਕਰਨਾ। ਇਸ ਤੋਂ ਪਲਸਸ ਰੇਟ ਕੀ ਚੱਲਦੀ ਹੈ, ਦਰ ਕੀ ਹੈ ਉਹਦੀ, ਠੀਕ ਹੈ। ਰਿਸਪੀਰੇਸ਼ਨ ਕਹਿੰਦਾ ਮੈਂ ਸਾਹ ਪ੍ਰਣਾਲੀ, ਸਾਹ ਦੀ ਕੀ ਦਰ ਆ ਉਹਦੀ, ਸਾਹ ਕਿੰਨੇ ਦਰ ਨਾਲ ਜਾ ਰਹੀ ਹੈ, ਸਾਰੀਆਂ ਚੀਜ਼ਾਂ ਦੇ ਵਿੱਚ ਚੈੱਕ ਕੀਤੀਆਂ ਜਾਂਦੀਆਂ TPR ਦੇ ਵਿੱਚ। TPR ਦੇ ਵਿੱਚ ਇਹ ਵੀ ਪੁੱਛ ਸਕਦੇ ਆ ਭਾਈ, TPR ਦੀ ਅਗਰ ਫੁੱਲ ਫਾਰਮ ਪੁੱਛ, ਜਾਂ ਇਹ ਵੀ ਪੁੱਛ ਸਕਦੇ TPR ਦੇ ਵਿੱਚ P ਦਾ ਕੀ ਮਤਲਬ ਹੈ, ਅਤੇ TPR ਦੇ ਵਿੱਚ T ਦਾ ਕੀ ਮਤਲਬ ਹੈ, TPR ਦੇ ਵਿੱਚ R ਦਾ ਕੀ ਮਤਲਬ ਹੈ, ਠੀਕ ਹੈ। ਇਹ ਚੀਜ਼ਾਂ ਵੀ ਪੁੱਛੀਆਂ ਜਾ ਸਕਦੀਆਂ ਹੈਗੀਆਂ, ਠੀਕ ਹੈ। ਸਾਰੀ ਪ੍ਰੀ ਆਪਰੇਟਿਵ ਦੀ ਗੱਲ ਕਰ ਰਹੇ ਹਾਂ ਆਪਾਂ। ਇਸ ਤੋਂ ਬਾਅਦ ਬਲੱਡ ਗਰੁੱਪਿੰਗ, ਇਸ ਤੋਂ ਬਾਅਦ ਉਹਦੀ ਜਿਹੜਾ ਮਰੀਜ਼ ਹੈ ਉਹਦੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ। ਹੁਣ ਇਹ ਹੁੰਦਾ ਕਿ ਕਈ ਵਾਰੀ ਆਪਰੇਸ਼ਨ ਦੇ ਵਿੱਚ ਕੋਈ ਇਹੀ ਚੀਜ਼ ਹੋ ਜਾਏ ਕਿ ਮਤਲਬ ਕੈਂਡੀਡੇਟ ਉਹਨੂੰ ਮਤਲਬ ਖੂਨ ਦੇਣਾ ਪੈ ਜੇ ਮਰੀਜ਼ ਨੂੰ, ਤਾਂ ਫਿਰ ਉਹਦਾ ਬਲੱਡ ਗਰੁੱਪ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਜੇ ਉਹਦਾ ਬਲੱਡ ਗਰੁੱਪ ਪਤਾ ਹੋਊਗਾ ਤਾਂ ਉਹਦਾ ਪ੍ਰਬੰਧ ਜਿਹੜਾ ਹੌਸਪੀਟਲ ਹੁੰਦਾ ਉਹ ਪਹਿਲੀ ਕਰਕੇ ਰੱਖ ਲੈਂਦਾ ਗਾ ਕਿ ਆਹ ਬੰਦੇ ਦਾ ਆਪਰੇਸ਼ਨ ਹੋਣਾ, ਕਿ ਬਾਅਦ ਵਿੱਚ ਸਾਨੂੰ ਮੁਸ਼ਕਿਲ ਨਾ ਆਵੇ, ਠੀਕ ਹੈ। ਕ੍ਰੋਸ ਮੈਚਿੰਗ ਹੋ ਗਈ, ਬਲੀਡਿੰਗ ਟਾਈਮ ਕਿ ਜਦੋਂ ਉਹਦਾ ਖੂਨ ਵਗਣ ਦਾ ਕਿੰਨਾ, ਮਤਲਬ ਖੂਨ ਜਿਹੜਾ ਵਗ ਰਿਹਾ ਉਹਦੀ ਕਿੰਨੀ ਟਾਈਮਿੰਗ ਹੈ, ਕਿੰਨੇ ਤੋਂ ਉਹਦਾ ਜੰਮ ਰਿਹਾ ਹੈਗਾ। ਦੇਖੋ ਕਲੌਟਿੰਗ ਮੈਨੇ ਹੁੰਦਾ, ਬਲੀਡਿੰਗ ਮੈਨੇ ਵਗਣ ਦਾ ਟਾਈਮ ਅਤੇ ਕਲੌਟਿੰਗ ਮੈਨੇ ਜੰਮਣ ਦਾ ਟਾਈਮ। ਇਸ ਤੋਂ ਬਾਅਦ ਬਲੱਡ ਪ੍ਰੈਸ਼ਰ ਹੋ ਗਿਆ। ਸਾਰੇ ਮੇਜਰ ਸਰਜਰੀ ਤੌਰ 'ਤੇ ਪਹਿਲਾਂ ਚੰਗੀ ਤਰ੍ਹਾਂ ਕਰਵਾ ਕੇ ਰੱਖੋ, ਠੀਕ ਹੈ। ਪ੍ਰੀ ਆਪਰੇਟਿਵ ਦੇ ਵਿੱਚ ਇਹ ਆਪਣਾ ਕੰਮ ਆ ਭਾਈ, ਜਦੋਂ ਆਪਾਂ ਬਾਰਡ ਅਟੈਂਡੈਂਟ ਬਣ ਗਏ, ਠੀਕ ਹੈ। ਇਸ ਤੋਂ ਬਾਅਦ ਜਰਨਲ ਅਨਾਸਥੀਸੀਆ ਤੋਂ ਪਹਿਲਾਂ ਐਕਸਰੇ, ਛਾਤੀ ਦਾ ਐਕਸਰੇ ਦਾ ਟੈਸਟ ਵੀ ਲਵੋ, ਠੀਕ ਹੈ। ਇਸ ਤੋਂ ਬਾਅਦ ਜੇਕਰ ਮਰੀਜ਼ ਨੂੰ ਕਬਜ਼ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਲੈਕਸਾਟਿਵ ਦੇਣਾ ਚਾਹੀਦਾ। ਇਹ ਮੈਡੀਸਨ ਹੈ ਲੈਕਸਾਟਿਵ। ਤਾਂ ਇਹ ਪੁੱਛ ਸਕਦੇ ਕਿ ਜਦੋਂ ਮਰੀਜ਼ ਨੂੰ ਆਪਰੇਸ਼ਨ ਤੋਂ ਪਹਿਲਾਂ ਕਬਜ਼ ਦੀ ਸ਼ਿਕਾਇਤ ਆ ਤਾਂ ਉਹਨੂੰ ਆਪਾਂ ਕਿਹੜੀ ਦਵਾਈ ਦੇਵਾਂਗੇ, ਲੈਕਸਾਟਿਵ। ਇਸ ਤੋਂ ਬਾਅਦ ਚਮੜੀ ਹੋ ਗਈ, ਨੇਲ ਹੋ ਗਏ, ਕੰਨ ਹੋ ਗਏ, ਧੁੰਨੀ ਹੋ ਗਈ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਜੇਕਰ ਸ਼ੇਵ ਦੀ ਜ਼ਰੂਰਤ ਹੈ ਤਾਂ ਸ਼ੇਵ ਵੀ ਕਰ ਦਿਓ ਉਹਦੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆ ਗਿਆ ਪ੍ਰੀ ਆਪਰੇਟਿਵ ਦਾ ਪਾਰਟ ਨੰਬਰ 2, ਇਹਨੂੰ ਆਪਾਂ ਕਹਿੰਦੇ ਨੇ ਇਮੀਡੀਏਟ ਪ੍ਰੀ ਆਪਰੇਟਿਵ ਕੇਅਰ। ਇਸ ਤੋਂ ਬਾਅਦ ਮਰੀਜ਼ ਨੂੰ ਵੋਮਿਟਿੰਗ ਅਤੇ ਐਸਪੀਰੇਸ਼ਨ ਤੋਂ ਬਚਾਉਣ ਲਈ ਉਸ ਨੂੰ 8 ਘੰਟੇ ਪਹਿਲਾਂ ਮੂੰਹ ਵਿੱਚ ਕੁਝ ਦੇਣਾ ਬੰਦ ਕਰ ਦਿੱਤਾ ਜਾਂਦਾ। ਦੇਖੋ ਮਰੀਜ਼ ਨੂੰ ਇਹ ਹੁੰਦਾ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਉਲਟੀਆਂ ਨਾ ਲੱਗਣ, ਕਿਉਂਕਿ ਆਪਰੇਸ਼ਨ ਤੋਂ ਬਾਅਦ ਇੱਕ ਵਾਰੀ ਉਲਟੀਆਂ ਲੱਗਦੀਆਂ, ਬੱਤ ਵੀ ਆਉਂਦੇ ਇਸ ਤੋਂ ਬਾਅਦ। ਜੇ ਕੋਈ ਤੁਹਾਡੇ ਰਿਸ਼ਤੇਦਾਰੀ 'ਚੋਂ ਕਿਸੇ ਨੇ ਪਿੱਤੇ ਦਾ ਆਪਰੇਸ਼ਨ ਕਰਵਾਇਆ ਹੋਊਗਾ ਜਾਂ ਕੋਈ ਵੀ ਆਪਰੇਸ਼ਨ ਕਰਾਇਆ ਹੋਊਗਾ, ਠੀਕ ਹੈ, ਕੋਈ ਵੀ ਸਰਜਰੀ ਹੁੰਦੀ ਹੈ ਉਹ ਤੋਂ ਬਾਅਦ ਉਲਟੀ ਅਤੇ ਬੱਤ ਇਹ ਤਾਂ ਲਾਜ਼ਮੀ ਆਉਣੇ ਹੁੰਦੇ ਆ, ਠੀਕ ਹੈ। ਤਾਂ ਕਰਕੇ ਇਹ ਕਿ ਵੋਮਿਟੀ ਨਾ ਹੋਵੇ ਅਤੇ ਉਹਨੂੰ ਮਤਲਬ ਸਾਹ ਨਾ ਚੜ੍ਹੇ, ਉਹਨੂੰ ਬੱਤ ਨਾ ਆਉਣ, ਠੀਕ ਹੈ। ਇਹ ਚੀਜ਼ ਵਾਸਤੇ ਉਹਨੂੰ 8 ਘੰਟੇ ਪਹਿਲਾਂ ਹੀ ਉਹਨੂੰ ਮਤਲਬ ਮੂੰਹ ਰਾਹੀਂ ਦੇਣ ਵਾਲੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਜਾਂਦੀਆਂ ਕਿ ਮੂੰਹ ਰਾਹੀਂ ਉਹਨੂੰ ਚੀਜ਼ ਨਹੀਂ ਦੇਣੀ। ਇੱਥੋਂ ਆਪਰੇਸ਼ਨ ਕੀ ਬਣੂਗਾ, ਇੱਕ ਤਾਂ ਆਪਰੇਸ਼ਨ ਇਹ ਬਣੂਗਾ ਕਿ ਜਿਹੜੇ ਇਮੀਡੀਏਟ ਪ੍ਰੀ ਹੈ ਇਹ ਕਿਹੜੀ ਮਤਲਬ ਆਪਰੇਟਿਵ ਵਿੱਚ, ਪ੍ਰੀ 'ਚ ਆਉਂਦਾ ਤਾਂ ਪੋਸਟ 'ਚ ਆਉਂਦਾ, ਇੱਕ ਤਾਂ ਇਹ ਆਪਰੇਸ਼ਨ ਬਣੂਗਾ। ਦੂਸਰੀ ਗੱਲ, ਮਰੀਜ਼ ਨੂੰ ਕਹਿੰਦੇ ਵੋਮਿਟੀ ਅਤੇ ਐਸਪੀਰੇਸ਼ਨ ਤੋਂ ਬਚਾਉਣ ਦੇ ਲਈ ਉਹਨੂੰ ਕਿੰਨੇ ਘੰਟੇ ਪਹਿਲਾਂ ਮਤਲਬ ਖਾਣਾ ਬੰਦ ਕਰ ਦੇਣਾ ਚਾਹੀਦਾ, ਉਹਦਾ ਖਾਣ ਪੀਣ ਵਾਲੀਆਂ ਚੀਜ਼ਾਂ ਮੂੰਹ ਦੁਬਾਰਾ, ਤਾਂ 8 ਘੰਟੇ ਪਹਿਲਾਂ ਉਹਨੂੰ ਮੂੰਹ ਰਾਹੀਂ ਦੇਣ ਵਾਲੀਆਂ ਚੀਜ਼ਾਂ ਆਪਾਂ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲ ਅਗਲੇ ਦੀ। ਇਸ ਤੋਂ ਬਾਅਦ ਹੈ ਕਿ ਮਤਲਬ ਮੂੰਹ ਤੋਂ ਬੰਦ, ਮਤਲਬ ਕਿ ਇਨਫੈਂਟ ਰੋਗੀ ਨੂੰ ਨਥਿੰਗ ਬਾਈ ਮਾਊਥ ਰੱਖੋ, ਕਿ ਮੂੰਹ ਰਾਹੀਂ ਨੂੰ ਕੋਈ ਚੀਜ਼ ਨਹੀਂ ਦੇਣੀ, ਅਤੇ 3 ਘੰਟੇ ਤੱਕ ਨਿਲ ਔਰਲੀ ਰੱਖਣਾ ਗਾ, ਠੀਕ ਹੈ। ਮੂੰਹ ਦੇ ਵਿੱਚ ਵੀ ਨਹੀਂ ਕੁਝ ਜਾਣਾ ਉਹਦੇ। ਔਰਲੀ ਦੀ ਜਿੱਥੇ ਵੀ ਗੱਲ ਹੋਵੇ ਮੂੰਹ ਦੀ ਗੱਲ ਹੈ ਜੂ। ਜੇਕਰ ਫਿਰ ਵੀ ਰੋਗੀ ਨੂੰ ਬੁਖਾਰ ਜਾਂ ਉਲਟੀਆਂ ਦੀ ਸ਼ਿਕਾਇਤ ਹੈ ਤਾਂ IV ਬਲੱਡ ਰਾਹੀਂ ਉਹਨੂੰ ਹਾਈਡਰੇਸ਼ਨ ਮੇਨਟੇਨ ਕਰੋ, ਠੀਕ ਹੈ। ਉਹਦੇ 'ਚ ਹਾਈਡਰੇਸ਼ਨ ਮੇਨਟੇਨ ਕਰੋ। ਇਹ ਚੀਜ਼ ਯਾਦ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਰੋਗੀ ਨੂੰ ਕੱਪੜੇ ਪਹਿਨਾਓ। ਉਸ ਤੋਂ ਬਾਅਦ ਮਰੀਜ਼ ਦਾ ਯੂਰੀਨਰੀ ਬਲੈਡਰ ਪ੍ਰੀ ਮੈਡੀਸਨ ਤੋਂ ਪਹਿਲਾਂ ਖਾਲੀ ਕਰਵਾਓ, ਜਦੋਂ ਉਹਨੂੰ ਪ੍ਰੀ ਮੈਡੀਸਨ ਦੇਣੀ ਹੈ। ਦੇਖੋ ਹੁਣ ਇਹ ਪੁੱਛਿਆ ਜਾ ਸਕਦਾ ਕਿ ਜਿਹੜੀ ਮਰੀਜ਼ ਨੂੰ ਪ੍ਰੀ ਆਪਰੇਟਿਵ ਆਪਰੇਸ਼ਨ ਤੋਂ ਪਹਿਲਾਂ ਜਿਹੜੀ ਮੈਡੀਸਨ ਦਿੱਤੀ ਜਾਂਦੀ ਉਹ ਮੈਡੀਸਨ ਨੂੰ ਕੀ ਕਿਹਾ ਜਾਂਦਾ, ਉਹਨੂੰ ਕਿਹਾ ਜਾਂਦਾ ਪ੍ਰੀ ਮੈਡੀਟੇਸ਼ਨ, ਠੀਕ ਹੈ। ਅਤੇ ਉਸ ਤੋਂ ਪਹਿਲਾਂ ਜਦੋਂ ਮੈਡੀਸਨ ਉਹਨੂੰ ਦੇਣੀ ਆਪਾਂ ਮਰੀਜ਼ ਨੂੰ, ਠੀਕ ਹੈ, ਉਹਦਾ ਯੂਰੇਨਰੀ ਬਲੈਡਰ ਕਿਹੜਾ ਹੁੰਦਾ, ਜਿਹਦੇ ਵਿੱਚ ਆਪਣਾ ਬਾਥਰੂਮ ਵਾਲੀ ਥੈਲੀ ਹੁੰਦੀ ਹੈ, ਜਿੱਥੇ ਆਪਣਾ ਬਾਥਰੂਮ ਇਕੱਠਾ ਹੁੰਦਾ ਇੱਕ ਥਾਂ 'ਤੇ ਥੈਲੀ ਦੇ ਵਿੱਚ ਜਾ ਕੇ, ਉਹ ਥੈਲੀ ਮਤਲਬ ਬਾਥਰੂਮ ਮਰੀਜ਼ ਨੂੰ ਕਹੋ ਭਾਈ ਤੂੰ ਆਪਦਾ ਬਾਥਰੂਮ ਕਰਿਆ, ਮਰੀਜ਼ ਨੂੰ ਬਾਥਰੂਮ ਕਰਿਆ ਬਿਲਕੁਲ ਮਤਲਬ ਕੀ ਹੋ ਜਾਊਗਾ, ਮਤਲਬ ਰਿਲੈਕਸ ਹੋ ਜਾਊਗਾ। ਇਸ ਤੋਂ ਬਾਅਦ ਉਹਨੂੰ ਆਪਰੇਸ਼ਨ ਤੋਂ ਭੇਜਣ ਤੋਂ ਪਹਿਲਾਂ ਮੈਡੀਸਨ ਦਿੱਤੀ ਜਾਂਦੀ ਹੈ। ਉਹ ਮੈਡੀਸਨ ਨੀਂਦ ਵਾਲੀ ਵੀ ਹੋ ਸਕਦੀ ਹੈ, ਕੋਈ ਦਰਦ ਵਾਲੀ ਵੀ ਹੋ ਸਕਦੀ ਹੈ, ਜਾਂ ਕੋਈ ਐਲਰਜੀ ਵਾਲੀ ਵੀ ਹੋ ਸਕਦੀ ਹੈ, ਉਹਨਾਂ 'ਤੇ ਡਿਪੈਂਡ ਕਰਦਾ ਹੈਗਾ, ਠੀਕ ਹੈ। ਤਾਂ ਇੱਕ ਪ੍ਰੀ ਮੈਡੀਕੇਸ਼ਨ ਦਿੱਤੀ ਜਾਊਗੀ ਬਲੈਡਰ ਜਿਹੜਾ ਬਾਥਰੂਮ ਵਾਲਾ ਉਹ ਖਾਲੀ ਕਰਨ ਤੋਂ ਬਾਅਦ। ਇਸ ਤੋਂ ਬਾਅਦ ਮਰੀਜ਼ ਨੂੰ ਇੰਜੈਕਸ਼ਨ ਐਟ੍ਰੋਪੀਨ ਦਿੱਤਾ ਜਾਂਦਾ ਹੈਗਾ, ਠੀਕ ਹੈ। ਇਸ ਤੋਂ ਬਾਅਦ ਕੀ ਦਿੱਤਾ ਜਾਂਦਾ, ਉਹਨੂੰ ਇੰਜੈਕਸ਼ਨ ਦਿੱਤਾ ਜਾਂਦਾ ਐਟ੍ਰੋਪੀਨ। ਇਹ ਪੁੱਛਿਆ ਜਾ ਸਕਦਾ ਕਿ ਵੀ ਜਿਹੜਾ ਇੰਜੈਕਸ਼ਨ ਐਟ੍ਰੋਪੀਨ ਦਿੱਤਾ ਜਾਂਦਾ ਹੈਗਾ, ਇਹ ਜਿਹੜਾ ਐਟ੍ਰੋਪੀਨ ਹੈਗਾ ਇਹ ਕਾਹਦੇ ਵਾਸਤੇ ਦਿੱਤਾ ਜਾਂਦਾ, ਇਹ ਜਿਹੜੀ ਬੰਦੇ ਦੀ ਸਾਹ ਪ੍ਰਣਾਲੀ ਹੁੰਦੀ ਹੈ, ਰਿਸਪੈਕਟਰੀ ਸਿਸਟਮ ਹੁੰਦਾ ਗਾ, ਉਹਨੂੰ ਕੀ ਕਰਦਾ, ਵਧਾਉਂਦਾ ਹੈਗਾ, ਕਹਿੰਦਾ ਉਹਦਾ ਹਾਰਟ ਰੇਟ ਨੂੰ ਵਧਾ ਦਿੰਦਾ ਇਹ, ਠੀਕ ਹੈ, ਤੇਜ਼ ਕਰਦਾ ਹੈ। ਇਹ ਤਾਂ ਆਪਰੇਸ਼ਨ 30 ਮਿੰਟ ਪਹਿਲਾਂ ਦਿੱਤਾ ਜਾਂਦਾ ਇਹ ਇੰਜੈਕਸ਼ਨ 30 ਮਿੰਟ ਪਹਿਲਾਂ ਦਿੱਤਾ ਜਾਂਦਾ। ਬੱਚੋ ਗੱਲ ਸੁਣ ਲਓ, ਇਹੋ ਜਿਹੇ ਨੋਟਸ ਦੇਖੋ ਮੈਂ ਦੇਖਿਆ ਹੈਗਾ, ਹੁਣ ਬਹੁਤ ਬੈਚ ਸ਼ੁਰੂ ਹੋਣਗੇ, ਠੀਕ ਹੈ। ਕਿਸੇ ਨੇ ਵੀ ਤੁਹਾਨੂੰ ਫਰੀ ਨਹੀਂ ਸਟੱਡੀ ਕਰਵਾਉਣੀ, ਕਿਉਂਕਿ ਤੁਹਾਨੂੰ ਪਤਾ ਕਿ ਭਾਈ ਆਪਾਂ ਲਿੱਤੀ ਹੋਈ ਆ ਸੌਂਗੀ, ਕਿਸੇ ਵੀ ਬੱਚੇ ਨੂੰ ਪੈਸੇ ਨਹੀਂ ਲੈਣੇ ਫੀਸ ਵਾਸਤੇ। ਮੈਂ ਇਹ ਕਹਿਣਾ ਕਿ ਜੇ ਕਿਸੇ ਬੱਚੇ ਨੂੰ ਭਾਈ ਆਪਣੇ ਲੈਕਚਰ ਦੇਖੋ, ਮੈਂ ਕਿਸੇ ਦੀ ਗੱਲ ਥੋਪਦਾ ਨਹੀਂ ਹੁੰਦਾ। ਮੇਰੇ ਕੋਲ ਭਾਵੇਂ ਦੇਖੋ ਜਦੋਂ ਮੈਂ ਬੈਚ ਸ਼ੁਰੂ ਕਰਨ ਨੂੰ ਕਿਹਾ ਸੀ, ਬਹੁਤ ਘੱਟੋ ਘੱਟ 250 ਬੱਚੇ ਨੇ ਕਹਿਤਾ ਕਿ ਭਾਈ ਬੈਚ ਸ਼ੁਰੂ ਕਰੋ, ਠੀਕ ਹੈ। ਹੁਣ ਚਾਹੇ ਮੇਰੇ ਕੋਲ ਇੱਕ ਬੱਚਾ ਹੋਵੇ, ਚਾਹੇ ਮੇਰੇ ਕੋਲ 10,000 ਬੱਚਾ ਹੋਵੇ, ਠੀਕ ਹੈ,
ਸਟੱਡੀ ਤਾਂ ਮੈਂ ਹੁਣ ਕਰਵਾਉਣੀ ਹੈ ਜਿੰਨਾ ਚਿਰ ਤੁਹਾਡਾ 14 ਨਵੰਬਰ ਨੂੰ ਪੇਪਰ ਨਹੀਂ ਹੁੰਦਾ ਉਨਾ ਟਾਈਮ ਅੱਗੇ ਮੈਂ ਪੁਲਿਸ ਵਾਲੇ ਬੱਚਿਆਂ ਨੂੰ ਵੀ ਐਂਡ ਤੱਕ ਸਾਥ ਨਿਭਾਇਆ ਉਹਨਾਂ ਦਾ, ਅਤੇ ਤੁਹਾਡਾ ਵੀ ਮੈਂ ਐਂਡ ਤੱਕ ਸਾਥ ਨਿਭਾਊਂਗਾ। ਗਰੰਟੀ ਉਹਨਾਂ ਦੀ ਵੀ ਲੈਤੀ ਸੀ ਅਤੇ ਗਰੰਟੀ ਤੁਹਾਡੀ ਵੀ ਲੈਣਾ ਵੀ ਜਿਹੜਾ ਕੁਛ ਕਰਵਾਊਂਗਾ ਪੇਪਰ ਦੇ ਵਿੱਚੋਂ ਇੱਥੋਂ ਹੀ ਆਊਗਾ ਪੇਪਰ, ਠੀਕ ਹੈ। ਇਹ ਗੱਲ ਵੀ ਧਿਆਨ ਰੱਖਣੀ ਹੈ। ਦੇਖੋ ਇਹ ਸਾਰੇ ਨੋਟਸ ਭਾਈ ਜਿਹੜੇ ਬਣਾਏ ਹੋਏ ਆ, ਇਹ ਕੋਈ ਇਹ ਨਹੀਂ ਹੈਗਾ ਕਿ ਮੈਂ ਨੋਟਸ ਉਹੀ ਬਣਾ ਲਏ, ਠੀਕ ਹੈ। ਇਹ ਵੀ ਪੂਰੇ ਮਤਲਬ ਅਲੱਗ-ਅਲੱਗ ਸੋਰਸ ਤੋਂ ਇਕੱਠਾ ਕਰਕੇ ਬਣਾਇਆ ਗਿਆ ਹੈਗਾ, ਠੀਕ ਹੈ। ਤੁਹਾਡਾ ਦੇਖੋ ਜੇ ਤੁਸੀਂ ਆਪਦੇ ਆਪ ਨੋਟਸ ਤੁਸੀਂ ਵੀ ਤਿਆਰ ਕਰ ਸਕਦੇ ਹੋ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਨੋਟਸ ਤਿਆਰ ਕਿੱਥੋਂ ਕਰਨੇ ਕਿੱਥੋਂ ਨਹੀਂ ਕਰਨੇ, ਤਾਂ ਇਹ ਚੀਜ਼ਾਂ ਦਾ ਵੀ ਹੁਣ ਆਪਣੇ ਕੋਲ ਜ਼ਰੂਰੀ ਹੈਗਾ। ਦੇਖੋ ਇਹ ਜਿਹੜਾ ਮੈਂ ਤੁਹਾਨੂੰ ਕਰਵਾ ਰਿਹਾ ਹੈਗਾ, ਇਹ ਤੁਹਾਨੂੰ ਐਂਡ 'ਤੇ ਦੱਸੂਗਾ ਕਿ ਆਪਣੇ ਸਿਲੇਬਸ ਦੇ ਵਿੱਚ ਕਿੱਥੇ ਕੁ ਪਿਆ ਇਹ, ਠੀਕ ਹੈ। ਇਸ ਤੋਂ ਬਾਅਦ ਆਪਰੇਸ਼ਨ ਇਹੀ ਬਣ ਗਿਆ, ਐਂਡ 'ਤੇ ਤੁਹਾਨੂੰ ਦੱਸੂਗਾ ਵੀ ਜਦੋਂ ਵੀਡੀਓ ਕੰਪਲੀਟ ਹੋ ਗਈ ਉਦੋਂ ਮੈਂ ਤੁਹਾਨੂੰ ਐਂਡ 'ਤੇ ਦੱਸੂਗਾ ਵੀ ਕਿ ਭਾਈ ਕਿ ਆਹ ਆਪਰੇਸ਼ਨ ਬਣ ਗਏ, ਇਹ ਤੁਸੀਂ ਯਾਦ ਕਰਦੇ ਇੱਕ ਵਾਰੀ ਸਾਰੀ ਵੀਡੀਓ ਦੇਖਦੇ ਜਾਓ ਐਂਡ ਤੱਕ। ਇਸ ਤੋਂ ਬਾਅਦ ਨੰਬਰ 3 ਆ ਗਿਆ, ਪ੍ਰੀ ਆਪਰੇਟਿਵ ਦਾ ਪਾਰਟ ਨੰਬਰ 3 ਆ ਗਿਆ, ਟਰਾਂਸਫਰ ਟੂ OT। OT ਦੀ ਫੁੱਲ ਫਾਰਮ ਬਹੁਤ ਵਾਰੀ ਪੁੱਛੀ ਜਾਊਗੀ ਤੁਹਾਨੂੰ ਪੇਪਰ ਦੇ ਵਿੱਚ, ਆਪਰੇਸ਼ਨ ਥੀਏਟਰ, ਠੀਕ ਹੈ। OT ਦੀ ਫੁੱਲ ਫਾਰਮ ਕੀ ਹੁੰਦਾ, ਆਪਰੇਸ਼ਨ ਥੀਏਟਰ। ਇਸ ਤੋਂ ਬਾਅਦ ਰੋਗੀ ਨੂੰ ਸਾਰੇ ਇਨੋਵੇਸ਼ਨ ਐਂਡ ਇਨਫਿਊਜ਼ਨ ਆਲ ਰਿਕਾਰਡ ਰਿਪੋਰਟ ਚਾਰਟ ਐਕਸਰੇ ਔਰ ਸਪੈਸੀਫਿਕ ਇਨਫੋਰਮੇਸ਼ਨ ਦੇਣਾ। ਇਸ ਤੋਂ ਬਾਅਦ ਜਿਹਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਆਪਾਂ ਤੋਰਤਾ, ਵਾਰਡ ਅਟੈਂਡੈਂਟ ਵੱਲੋਂ ਸਾਰੇ ਕੰਮ ਹੋ ਗਏ, ਦੁਬਾਰਾ ਆਪਰੇਸ਼ਨ ਦਾ ਡਾਕਟਰ ਨੇ ਕਰਨਾ, ਉਹਦਾ ਆਪਾਂ ਕਰ ਨਹੀਂ ਸਕਦੇ, ਠੀਕ ਹੈ। ਇਸ ਤੋਂ ਬਾਅਦ ਜੋ ਡਾਕਟਰ ਕੋਲ ਪਹੁੰਚਦਾ ਤਾਂ ਡਾਕਟਰ ਕੀ ਕਰੂਗਾ, ਜਿਹੜਾ ਰੋਗੀ ਹੈਗਾ, ਠੀਕ ਹੈ, ਉਹਦੇ ਮਤਲਬ ਸਾਰੇ ਜਿੰਨੇ ਵੀ ਉਹਦੇ ਇਨਫਿਊਜ਼ਨ ਹੈ, ਜਿੰਨੇ ਵੀ ਰਿਕਾਰਡ ਹੈ, ਜਿੰਨੇ ਵੀ ਰਿਪੋਰਟਾਂ, ਜਿੰਨੇ ਵੀ ਚਾਰਟ, ਜਿੰਨੇ ਵੀ ਐਕਸਰੇ, ਸਾਰੀਆਂ ਰਿਪੋਰਟਾਂ ਉਹਦੇ ਕੋਲ ਜਾਣਗੀਆਂ ਡਾਕਟਰ ਕੋਲ। ਆਪਰੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਇੱਕ ਵਾਰੀ ਫਿਰ ਚੈੱਕ ਕਰੂਗਾ। ਇਸ ਤੋਂ ਬਾਅਦ ਰੋਗੀ ਨੂੰ ਟ੍ਰਾਂਸਫਰ ਕਰਨ ਤੋਂ ਬਾਅਦ ਉਹਦਾ ਬਾਰਮ ਆਪਰੇਸ਼ਨ ਬੈੱਡ ਤਿਆਰ ਕਰਨਾ। ਇਹ ਪੁੱਛਿਆ ਜਾ ਸਕਦਾ ਕਿ ਆਪਰੇਸ਼ਨ ਤੋਂ ਬਾਅਦ ਜੇ ਰੋਗੀ ਨੂੰ ਟ੍ਰਾਂਸਫਰ ਕਰਤਾ ਉਸ ਤੋਂ ਬਾਅਦ ਉਹਦਾ ਕਿਹੜਾ ਬੈੱਡ ਤਿਆਰ ਕੀਤਾ ਜਾਂਦਾ, ਉਹਦਾ ਬਾਰਮ ਆਪਰੇਸ਼ਨ ਬੈੱਡ ਤਿਆਰ ਕੀਤਾ ਜਾਂਦਾ ਗਾ। ਇਹ ਗੱਲ ਯਾਦ ਰੱਖਣੀ ਹੈ। ਇਹ ਹੋ ਗਈ ਸੀ ਸਾਰੀਆਂ ਪ੍ਰੀ ਦੀਆਂ ਗੱਲਾਂ, ਆਪਰੇਸ਼ਨ ਤੋਂ ਪਹਿਲਾਂ ਦੀਆਂ ਗੱਲਾਂ। ਹੁਣ ਆਪਾਂ ਆਪਰੇਸ਼ਨ ਤੋਂ ਬਾਅਦ ਦੀਆਂ ਗੱਲਾਂ ਕਰਾਂਗੇ। ਪੋਸਟ ਆਪਰੇਟਿਵ ਨਰਸਿੰਗ ਕੇਅਰ। ਇਸ ਤੋਂ ਬਾਅਦ ਰੋਗੀ ਨੂੰ ਰਿਸੀਵ ਕਰਦੇ, ਜਦੋਂ ਆਪਰੇਸ਼ਨ ਹੋ ਗਿਆ ਇਸ ਤੋਂ ਬਾਅਦ ਆਪਾਂ ਰੋਗੀ ਨੂੰ ਰਿਸੀਵ ਕਰਦੇ ਹਾਂ, ਮਤਲਬ ਲੈ ਕੇ ਆਉਣਾ ਵਾਪਸ ਆਪਰੇਸ਼ਨ ਥੀਏਟਰ ਤੋਂ। ਨਰਸ ਇਮੀਡੀਏਟ ਕੇਅਰ ਦੇ ਸਾਰੇ ਨਿਰਦੇਸ਼ ਪ੍ਰਾਪਤ ਕਰਦੀ ਹੈ, ਠੀਕ ਹੈ, ਕਿ ਮਤਲਬ ਕਿਵੇਂ ਆਪਰੇਸ਼ਨ ਹੋਇਆ, ਕੀ ਦੀਆਂ ਘਾਟਾਂ ਵੱਧ ਰਹੀਆਂ, ਕੀ ਧੜਕਣ ਰਹੀ, ਕੋਈ ਖਤਰੇ ਵਾਲੀ ਗੱਲ ਤਾਂ ਨਹੀਂ। OT ਤੋਂ ਬਾਅਦ ਨਰਸ ਸਾਰੀਆਂ ਚੀਜ਼ਾਂ ਦੀ ਇਮੀਡੀਏਟ ਕੇਅਰ ਆਪਾਂ ਤੋਂ ਸਾਰੀਆਂ ਚੀਜ਼ਾਂ ਲੈ ਲਾਂਗੇ ਨਰਸ ਤੋਂ। ਇਸ ਤੋਂ ਬਾਅਦ ਆਪਰੇਸ਼ਨ ਬੈੱਡ 'ਤੇ ਆਪਾਂ TPR ਫੇਰ ਲਵਾਂਗੇ, ਠੀਕ ਹੈ। TPR ਟੈਂਪਰੇਚਰ ਪਲਸਸ ਸਪੈਸ਼ਲੀ ਸਾਹ ਪ੍ਰਣਾਲੀ। ਇਸ ਤੋਂ ਬਾਅਦ ਮੀਰਿੰਗ ਟੇਪ ਹੋ ਗਈ, ਟੰਗ ਡਿਸਪ੍ਰੈਸ਼ਰ ਹੋ ਗਿਆ, ਸਾਰੀਆਂ ਚੀਜ਼ਾਂ ਦੇਖੋਗੇ। ਟੰਗ ਦਾ ਮਤਲਬ ਕੀ ਹੁੰਦਾ, ਇਹ ਪੁੱਛਿਆ ਜਾ ਸਕਦਾ। ਟੰਗ ਡਿਪਰੈਸ਼ਰ, ਇਹ ਹੁੰਦਾ ਟੰਗ ਡਿਸਪ੍ਰੈਸ਼ਰ। ਇਹ ਜੀਭ ਦੇ ਵਿਚਾਲੇ ਦਿੱਤਾ ਜਾਂਦਾ ਹੈਗਾ, ਠੀਕ ਹੈ। ਜੀਭ ਦੇ ਵਿਚਾਲੇ ਦਿੱਤਾ ਜਾਂਦਾ ਕਿ ਜੀਭ ਦੇ ਵਿੱਚ ਕੋਈ ਤਾਲੂ ਨਾਲ ਜੀਭ ਨਾ ਲੱਗੇ, ਤਾਂ ਇਹ ਚੀਜ਼ ਬਾਰੇ ਇਸ ਨੂੰ ਆਪਰੇਸ਼ਨ ਦੇ ਵਿੱਚ ਕਈ ਵਾਰੀ ਇਹ ਫੋਟੋ ਵੀ ਦਿਖਾ ਸਕਦੇ ਕਿ ਵੀ ਆਹ ਚੀਜ਼ ਦੱਸੋ ਕੀ ਹੈਗੀ। ਪੇਪਰ ਦੇ ਵਿੱਚ ਤੁਹਾਨੂੰ ਆਪਰੇਸ਼ਨ ਆ ਸਕਦਾ ਕਿ ਆਹ ਚੀਜ਼ ਦਿਖਾ ਕੇ ਤੁਹਾਨੂੰ ਕਹਿ ਦੇਣਾ ਕਿ ਕੀ ਹੈਗਾ। ਇਹ ਕੀ ਹੈ ਬੱਚੋ, ਇਹ ਹੈਗੀ ਹੈ ਟੰਗ ਡਿਪਰੈਸ਼ਰ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਮਾਊਥ ਗੈਗ। ਇਹ ਵੀ ਪੁੱਛਿਆ ਜਾ ਸਕਦਾ ਕਿ ਮਾਊਥ ਗੈਗ ਦਾ ਕੀ ਕੰਮ ਹੁੰਦਾ। ਮਾਊਥ ਗੈਗ ਦਾ ਕੰਮ ਇਹ ਹੁੰਦਾ ਕਿ ਵੀ ਆਹ ਹੁੰਦੀ ਆਪਣੀ ਮਾਊਥ ਗੈਗ, ਠੀਕ ਹੈ। ਦੇਖੋ ਮਾਊਥ ਗੈਗ, ਇਹ ਜਦੋਂ ਵੀ ਕਿਸੇ ਬੰਦੇ ਦਾ ਆਪਰੇਸ਼ਨ ਕੀਤਾ ਜਾਂਦਾ ਦੰਦਾਂ ਦੇ ਵਿੱਚ ਦਿੱਤੀ ਜਾਂਦੀ ਹੈ ਇਹ, ਠੀਕ ਹੈ। ਕਿ ਮਤਲਬ ਉਹਦੇ ਦੰਦ ਨਾਲ ਆਪਸ ਦੇ ਵਿੱਚ, ਜਿਵੇਂ ਕਹਿੰਦੇ ਆਪਾਂ ਦੰਦਲ ਪੈ ਜਾਂਦੀ ਹੁੰਦੀ ਬੰਦੇ ਨੂੰ, ਆਪਾਂ ਉਹਦੇ ਮੂੰਹ ਦੇ ਵਿੱਚ ਉਂਗਲ ਦੇ ਦਿੰਦੇ ਹੁੰਦੇ ਆ, ਠੀਕ ਹੈ। ਆਪਾਂ ਉਹਦੇ ਮੂੰਹ ਦੇ ਵਿੱਚ ਉਂਗਲ ਦੇ ਦਿੰਦੇ ਹੁੰਦੇ, ਤਾਂ ਇਹ ਦੰਦਾਂ ਨੂੰ ਨਾ ਆਪਸ ਦੇ ਵਿੱਚ ਕਿ ਦੰਦ ਚਿਪਣ ਨਾ, ਤਾਂ ਉਹਦੇ ਵਾਸਤੇ ਦੰਦਾਂ ਦੇ ਵਿਚਾਲੇ ਦਿੱਤੀ ਜਾਂਦੀ ਹੈ, ਠੀਕ ਹੈ। ਤਾਂ ਜਿਹੜੇ ਬੰਦੇ ਦੇ ਕੈਪ ਚੜ੍ਹੇ ਹੁੰਦੇ ਦੰਦਾਂ 'ਤੇ, ਉਹਨੂੰ ਇਹ ਆਪਰੇਸ਼ਨ ਦੇ ਤਹਿਤ ਥੋੜ੍ਹੀ ਜ਼ਿਆਦਾ ਪ੍ਰੋਬਲਮ ਆ ਜਾਂਦੀ, ਕਿਉਂਕਿ ਜਦੋਂ ਇਹ ਦੰਦਾਂ 'ਤੇ ਚੜ੍ਹਾਇਆ ਜਾਂਦਾ ਹੁੰਦਾ ਤਾਂ ਕੈਪ ਵੀ ਖਰਾਬ ਹੋ ਜਾਂਦੇ ਆ, ਤਾਂ ਫਿਰ ਉਹਨਾਂ ਨੂੰ ਥੋੜ੍ਹੀ ਜਿਹੀ ਹੋਰ ਮਤਲਬ ਤਰ੍ਹਾਂ ਦੀ ਇਹ ਜਿਹੜੀ ਮਾਊਥ ਗੈਗ ਦਿੱਤਾ ਜਾਂਦਾ ਹੈਗਾ। ਕਈ ਵਾਰੀ ਪੁੱਛਣਾ ਕਿ ਮਾਊਥ ਗੈਗ ਦਾ ਕੀ ਕੰਮ ਹੈਗਾ, ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ ਕਿ ਮਾਊਥ ਗੈਗ ਹੈ ਜਿਹੜਾ, ਇਹਦਾ ਕੀ ਕੰਮ ਹੈ। ਮਾਊਥ ਗੈਗ ਦਾ ਕੰਮ ਭਾਈ ਬੱਚੋ ਹੈਗਾ ਗਾ ਕਿ ਦੰਦਾਂ ਨੂੰ ਆਪਸ ਦੇ ਵਿੱਚ ਮਿਲਣ ਨਹੀਂ ਦੇਣਾ ਇਹਨੇ, ਠੀਕ ਹੈ। ਦੰਦਾਂ ਨੂੰ ਆਪਸ ਦੇ ਵਿੱਚ ਮਤਲਬ ਚਿਪਕਣ ਤੋਂ ਰੋਕਣ ਵਾਸਤੇ। ਇਸ ਤੋਂ ਬਾਅਦ ਆ ਗਿਆ ਆਰਟਰੀ ਫੋਰਸੈਪ। ਫੋਰਸੈਪ ਦਾ ਕੀ ਮਤਲਬ ਹੁੰਦਾ, ਜਿੱਥੇ ਵੀ ਕਿਤੇ ਆ ਗਿਆ ਫੋਰਸੈਪ, ਫੋਰਸੈਪ ਦਾ ਮਤਲਬ ਹੁੰਦਾ ਕੈਂਚੀ। ਜਿਹੜਾ ਫੋਰਸੈਪਸ ਲਿਖਿਆ ਹੋਇਆ ਇਹਦਾ ਮਤਲਬ ਹੁੰਦਾ ਕੈਂਚੀ, ਠੀਕ ਹੈ, ਆਪਰੇਸ਼ਨ ਵਾਲੀ ਕੈਂਚੀ। ਇਹ ਪੁੱਛਿਆ ਜਾ ਸਕਦਾ ਕਿ ਆਰਟਰੀ ਫੋਰਸੈਪ ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ, ਆਪਰੇਸ਼ਨ ਵਾਸਤੇ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਆਰਟਰੀ ਪੁੱਛ ਸਕਦੇ ਆ ਕਿ ਆਰਟਰੀ ਫੋਰਸੈਪ ਕੀ ਹੁੰਦੀ ਹੈ, ਕੈਂਚੀ ਹੁੰਦੀ ਹੈ ਇੱਕ, ਠੀਕ ਹੈ, ਆਹ ਕੈਂਚੀ ਹੁੰਦੀ ਹੈ। ਇਸ ਤੋਂ ਬਾਅਦ ਪੁੱਛਣਗੇ OJ ਪੀਸ ਕੀ ਹੁੰਦਾ। OJ ਪੀਸਿਸ ਇਹ ਕਿਹਨੂੰ ਕਹਿੰਦੇ ਆ, ਤਾਂ OJ ਪੀਸਿਸ ਹੁੰਦੇ ਆ ਭਾਈ ਆਹ ਕਾਟਨ ਦੇ ਕੱਪੜੇ ਹੁੰਦੇ ਆ, ਮਤਲਬ ਜਿਵੇਂ ਕਿਸੇ ਬੰਦੇ ਦਾ ਢਿੱਡ ਦਾ ਆਪਰੇਸ਼ਨ ਹੋਇਆ ਜਾਂ ਕਿਸੇ ਦਾ ਬਾਂਹ ਦਾ ਆਪਰੇਸ਼ਨ ਹੋਇਆ ਉਹ 'ਤੇ ਪੱਟੀ ਲਾਈ ਜਾਂਦੀ ਹੈ, ਇਹਨੂੰ ਕਹਿੰਦੇ ਆਪਾਂ OJ ਪੀਸਿਸ, ਠੀਕ ਹੈ। ਇਹ ਵੀ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆ ਗਿਆ ਸੈਕਸ਼ਨ ਪਾਰਟਸ। ਸੈਕਸ਼ਨ ਪਾਰਟਸ ਕਿਹੜੇ ਹੁੰਦੇ ਆ, ਸੈਕਸ਼ਨ ਪਾਰਟਸ ਕਹਿੰਦੇ ਆ ਆਹ ਚੀਜ਼ ਨੂੰ, ਠੀਕ ਹੈ। ਇਹ ਗੱਲ ਯਾਦ ਰੱਖਣੀ, ਸੈਕਸ਼ਨ ਪਾਰਟ ਆਹ ਚੀਜ਼ ਨੂੰ ਕਹਿੰਦੇ ਆ। ਇਸ ਤੋਂ ਬਾਅਦ ਐਮਰਜੈਂਸੀ ਐਂਡੋਟ੍ਰੈਕਟਲ ਟਿਊਬ। ਜਿੱਥੇ ਵੀ ਕਿਤੇ ਐਂਡੋ ਆ ਗਿਆ ਉਹਦਾ ਮਤਲਬ ਹੁੰਦੀ ਹੈ ਚੀਜ਼ ਅੰਦਰ, ਕਿਸੇ ਚੀਜ਼ ਨੂੰ ਆਪਾਂ ਸਰੀਰ ਦੇ ਅੰਦਰ ਦੇਣਾ। ਜਿੱਥੇ ਵੀ ਆ ਗਿਆ ਐਕਸੋ ਦਾ ਮਤਲਬ ਹੁੰਦਾ ਸਰੀਰ ਤੋਂ ਬਾਹਰਲੀ ਕੋਈ ਚੀਜ਼। ਐਂਡੋ ਮਤਲਬ ਸਰੀਰ ਦੇ ਅੰਦਰ, ਕਹਿੰਦਾ ਮਤਲਬ ਕਿ ਐਮਰਜੈਂਸੀ ਐਂਡੋਥੈਰੀਕਲ ਟਿਊਬ, ਕਹਿੰਦਾ ਮਤਲਬ ਕਿ ਐਮਰਜੈਂਸੀ ਹੈ, ਮਤਲਬ ਬਹੁਤ ਜ਼ਿਆਦਾ, ਮਤਲਬ ਕਿਸੇ ਨੇ ਮਰੀਜ਼ ਨੇ ਕੀ ਪੀ ਲਈ, ਸਪਰੇਅ ਪੀ ਲਈ, ਠੀਕ ਹੈ। ਸਪਰੇਅ ਤੋਂ ਬਾਅਦ ਉਹਨੂੰ ਮਤਲਬ
ਉਹਦੇ ਅੰਦਰ ਉਹਨੂੰ ਖਾਣਾ ਪ੍ਰੋਵਾਈਡ ਕਰਵਾਉਣਾ, ਸਾਰੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਵਾਉਣੀਆਂ, ਠੀਕ ਹੈ। ਤਾਂ ਕਾਹਦੇ ਦੁਆਰਾ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਉਹਨੂੰ? ਉਹ ਕਰਵਾਈਆਂ ਜਾਂਦੀਆਂ ਐਂਡੋਟ੍ਰੈਕਲ ਟਿਊਬ ਦੁਆਰਾ, ਠੀਕ ਹੈ, ਜਿਹਦੇ ਦੁਆਰਾ ਖਾਣਾ ਪ੍ਰੋਵਾਈਡ ਕਰਾਇਆ ਜਾਂਦਾ। ਜਦੋਂ ਮਤਲਬ ਕੋਈ ਬਾਹਲਾ ਸੀਰੀਅਸ ਹੁੰਦਾ, ਆਪਾਂ ਦੇਖਿਆ ਨੇ ਮੂੰਹ 'ਚ ਇੱਕ ਖਾਣੇ ਵਾਲੀ ਪਾਈਪ ਲੱਗੀ ਹੁੰਦੀ ਹੈ, ਤਾਂ ਖਾਣੇ ਵਾਲੀ ਪਾਈਪ ਨੂੰ ਹੀ ਆਪਾਂ ਕਹਿ ਦਿੰਦੇ ਹਾਂ ਐਂਡੋਟ੍ਰੈਕਲ ਟਿਊਬ, ਠੀਕ ਹੈ। ਆਹ ਦੇਖ ਲਓ, ਆਹ ਟਿਊਬ ਹੁੰਦੀ ਆ ਉਹ, ਠੀਕ ਹੈ। ਇਹ ਧਿਆਨ ਰੱਖਣਾ ਗਾ। ਇਹ PDF ਤੁਹਾਨੂੰ ਮੈਂ ਸਾਰਾ ਪ੍ਰੋਵਾਈਡ ਕਰਵਾ ਦੂੰਗਾ। ਇਸ ਤੋਂ ਬਾਅਦ ਆ ਗਿਆ ਲੈਰਿੰਗੋਸਕੋਪ। ਲੈਰਿੰਗੋਸਕੋਪ ਪੁੱਛ ਸਕਦੇ ਆ ਕਾਹਦੇ ਵਾਸਤੇ ਵਰਤੀ ਜਾਂਦੀ ਹੈ? ਇਹ ਸਾਹ ਨਾਲੀ ਦੇਖਣ ਦੇ ਕੰਮ ਆਉਂਦੀ ਹੈ। ਇੱਕ ਐਂਡੋਸਕੋਪ ਵਾਂਗੂ ਹੁੰਦੀ ਹੈ, ਕੈਮਰੇ ਦਾ ਕੰਮ ਕਰਦੀ ਹੈ ਇਹ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ। ਆਹ ਦੇਖੋ, ਪੁੱਛਿਆ ਜਾ ਸਕਦਾ ਲੈਰਿੰਗੋਸਕੋਪ ਕੀ ਹੁੰਦੀ ਹੈ? ਆਹ ਹੁੰਦੀ ਹੈ ਭਾਈ, ਠੀਕ ਹੈ। ਅੰਦਰੋਂ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਵਰਤੀ ਜਾਂਦੀ ਹੈ ਸਾਹ ਪ੍ਰਣਾਲੀ ਦੇ ਵਿੱਚ, ਸਾਹ ਨਾਲੀ ਦੇ ਵਿੱਚ। ਇਸ ਤੋਂ ਬਾਅਦ ਹੋਰ ਮਰੀਜ਼ ਕੋਲ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ? ਆਕਸੀਜਨ ਸਿਲੰਡਰ ਹੋਣਾ ਚਾਹੀਦਾ ਹੈ, ਠੀਕ ਹੈ। ਆਰ ਦੀ ਵੀ ਵਿਵਸਥਾ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਸੈਮੀ ਪ੍ਰੋਨ ਪੋਜੀਸ਼ਨ, ਇਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਕਿਹੜੀ ਕੰਡੀਸ਼ਨ ਦੇ ਵਿੱਚ ਪਾਇਆ ਜਾਂਦਾ? ਉਹਨੂੰ ਪਾਇਆ ਜਾਂਦਾ ਹੈਗਾ ਸੈਮੀ ਪ੍ਰੋਨ ਪੋਜੀਸ਼ਨ ਜਾਂ ਸਪੀਨ ਪੋਜੀਸ਼ਨ ਦੇ ਵਿੱਚ ਲਿਟਾ ਕੇ ਰੱਖਣਾ ਚਾਹੀਦਾ ਹੈ, ਠੀਕ ਹੈ। ਇਸ ਤੋਂ ਬਾਅਦ ਉਹਦੇ ਵਿਟਲ ਸਾਈਨ ਚੈੱਕ ਕੀਤੇ ਜਾਂਦੇ। ਵਿਟਲ ਸਾਈਨ ਇਹੀ ਹੁੰਦਾ, ਬਲੱਡ ਪ੍ਰੈਸ਼ਰ ਹੋ ਗਿਆ, ਸਾਹ ਦੀ ਦਰ ਹੋ ਗਈ, ਟੈਂਪਰੇਚਰ ਹੋ ਗਿਆ, ਇਹ ਸਾਰੇ ਨੂੰ ਇਹਨੂੰ ਵਿਟਲ ਸਾਈਨ ਕਹਿ ਦਿੰਦੇ ਹੁੰਦੇ ਆ, ਠੀਕ ਹੈ। ਗੱਲ ਯਾਦ ਰੱਖਣੀ। ਵਿਟਲ ਸਾਈਨ ਦੇ ਵਿੱਚ TPR ਜੀ ਆ ਜਾਂਦਾ, TPR ਆ ਜਾਂਦਾ ਹੁੰਦਾ। ਇਸ ਤੋਂ ਬਾਅਦ ਪੁੱਛ ਸਕਦੇ ਆ ਕਿ ਜਿਵੇਂ ਸ਼ੌਕ, ਕਈ ਵਾਰੀ ਹੋਰ ਵੀ ਸ਼ੌਕ ਦੇ ਲੱਛਣ ਹੋ ਜਾਂਦੇ। ਕਈ ਵਾਰੀ ਮਰੀਜ਼ ਦੇ ਆਪਰੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਹੋਰ ਵੀ ਉਹਨੂੰ ਪ੍ਰੋਬਲਮ ਆ ਜਾਂਦੀਆਂ, ਜਿਵੇਂ ਕਿ ਪੋਰਲਰ। ਪੁੱਛ ਸਕਦੇ ਨੇ ਪੋਰਲਰ ਦਾ ਮਤਲਬ ਕੀ ਹੁੰਦਾ? ਪੋਰਲਰ ਦਾ ਮਤਲਬ ਕਿ ਚਮੜੀ ਦਾ ਰੰਗ ਫਿੱਕਾ ਪੈ ਜਾਂਦਾ ਹੈ। ਚਮੜੀ ਦਾ ਰੰਗ ਜਦੋਂ ਫਿੱਕਾ ਪੈ ਜਾਂਦਾ, ਕਹਿੰਦਾ ਮਤਲਬ ਕਿ ਚਮੜੀ ਨੀਲੀ ਹੋ ਜਾਂਦੀ ਹੈ ਜਾਂ ਚਮੜੀ ਫਿੱਕੀ ਹੋ ਜਾਂਦੀ ਹੈ, ਜਿਹਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਮਰੀਜ਼ ਦੇ ਵਿੱਚ ਆਕਸੀਜਨ ਦੀ ਘਾਟ ਹੋ ਰਹੀ ਹੈ ਟਾਈਮ ਬਾਈ ਟਾਈਮ, ਠੀਕ ਹੈ। ਤਾਂ ਉਹ ਟਾਈਮ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਮਰੀਜ਼ ਦੇ ਵਿੱਚ ਕਿਹੜੀ ਪ੍ਰੋਬਲਮ ਆ ਰਹੀ ਹੈ, ਪੋਲਰ ਦੀ ਪ੍ਰੋਬਲਮ ਆ ਰਹੀ ਹੈ, ਤਾਂ ਆਪਾਂ ਕੀ ਕਰਾਂਗੇ? ਮਰੀਜ਼ ਨੂੰ ਆਕਸੀਜਨ ਦੇਵਾਂਗੇ, ਠੀਕ ਹੈ। ਇਸ ਤੋਂ ਬਾਅਦ ਕੋਲਡ ਸਕਿਨ ਵੀ ਚੈੱਕ ਕਰਦੇ ਰਹਾਂਗੇ। ਇਸ ਤੋਂ ਬਾਅਦ ਟ੍ਰੈਚਕਾਰਡੀਆ। ਕਾਰਡੀਆ ਦੀ ਕਿਤੇ ਵੀ ਗੱਲ ਆ ਗਈ, ਕਾਰਡੀਆ ਦਾ ਮਤਲਬ ਹੁੰਦਾ ਦਿਲ ਨਾਲ ਸੰਬੰਧਿਤ ਚੀਜ਼ ਹੈਗੀ, ਠੀਕ ਹੈ। ਹੁਣ ਆਪਾਂ ਕਰਾਉਣ ECG ਕਰਾਉਣ ਜਾਂਦੇ ਹਾਂ ਆਪਾਂ, ਇਲੈਕਟ੍ਰੋ ਕਾਰਡੀਓਗ੍ਰਾਫੀ, ਠੀਕ ਹੈ। ਕਾਰਡੀਓ ਦਾ ਮਤਲਬ ਦਿਲ ਦੀ ਹੁੰਦੀ ਹੈ ECG, ਠੀਕ ਹੈ ਜੀ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਟ੍ਰੈਕੀਕਾਰਡੀਆ। ਇਹਦਾ ਮਤਲਬ ਕੀ ਹੁੰਦਾ? ਜਦੋਂ ਇਹ ਤੇ ਟ੍ਰੈਕੀਕਾਰਡੀਆ ਚੈੱਕ ਕਰਦੇ ਹਾਂ, ਟ੍ਰੈਕੀਕਾਰਡੀਆ ਦਾ ਮਤਲਬ ਕਿ ਜਿਹੜਾ ਬੰਦਾ ਮਰੀਜ਼ ਹੈ ਉਹਦੀ ਦਿਲ ਦੀ ਧੜਕਣ ਵੱਧ ਤਾਂ ਨਹੀਂ ਰਹੀ। ਹੁਣ ਆਪਣੀ ਨੋਰਮਲ ਦਿਲ ਦੀ ਧੜਕਣ 72 ਮਿੰਟ ਹੁੰਦੀ ਹੈ ਪਰ ਸੈਕਿੰਡ, ਪਰ ਮਿੰਟ 72 ਵਾਰੀ ਧੜਕਦਾ ਆਪਣਾ ਦਿਲ ਇੱਕ ਵਾਰੀ 'ਚ, ਠੀਕ ਹੈ। ਪਰ ਜਦੋਂ ਦਿਲ ਦੀ ਧੜਕਣ 100 ਤੋਂ ਪਲੱਸ ਹੋ ਜੇ, ਤਾਂ ਕਰਕੇ ਉਹਨੂੰ ਟੈਚੀਕਾਰਡੀਆ ਦੀ ਪ੍ਰੋਬਲਮ ਆ ਜਾਂਦੀ। ਫਿਰ ਉਹ ਚੀਜ਼ ਵੀ ਦੇਖਣੀ ਪੈਂਦੀ ਹੈ ਟੈਚੀਕਾਰਡੀਆ ਦੇ ਵਿੱਚ। ਇਸ ਤੋਂ ਬਾਅਦ ਚੈੱਕ ਕੀਤੀ ਜਾਂਦੀ ਹੈ ਟੈਚੀਪਨੋਈਆ। ਟੈਚੀਪਨੋਈਆ ਦੇ ਵਿੱਚ ਕਾਹਦੀ ਦਰ ਪਤਾ ਕੀਤੀ ਜਾਂਦੀ ਹੈ? ਸਾਰੀ ਦਰ ਪਤਾ ਕੀਤੀ ਜਾਂਦੀ ਹੈ। ਅਤੇ ਟੈਚੀਕਾਰਡੀਆ ਦੇ ਵਿੱਚ ਦਿਲ ਦੀ ਦਰ ਪੈਦਾ ਕੀਤੀ ਜਾਂਦੀ ਹੈ। ਤੁਹਾਨੂੰ ਐਂਡ 'ਤੇ ਦੱਸੂਗਾ ਕਿਹੜੇ ਕਿਹੜੇ ਆਪਰੇਸ਼ਨ ਕਰਨੇ ਇਹਦੇ ਵਿੱਚੋਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੋਟ ਕਰਨਾ। ਇਸ ਤੋਂ ਬਾਅਦ ਹਾਈਪੋਥਰਮੀਆ ਹੋਣ ਦੀ ਹਾਲਤ ਦੇ ਵਿੱਚ ਰੋਗੀ ਨੂੰ ਗਰਮੀ ਦੇਣੀ ਪੈਂਦੀ ਹੈ। ਹਾਈਪੋਥਰਮੀਆ ਦੇ ਮਤਲਬ ਜਦੋਂ ਉਹਨੂੰ ਕਈ ਵਾਰੀ ਕੰਬਣੀ ਵੀ ਉੜਦੀ ਹੈ ਆਪਰੇਸ਼ਨ ਤੋਂ ਬਾਅਦ, ਮਤਲਬ ਜਿਹੜਾ ਉਹ ਹੁੰਦਾ ਗਾ ਉਹਨੂੰ ਕਿਤੇ ਗਰਮੀ ਲੱਗਦੀ ਹੈ, ਕਿਤੇ ਠੰਡ ਲੱਗਦੀ ਹੈ ਮਰੀਜ਼ ਨੂੰ, ਠੀਕ ਹੈ। ਅਤੇ ਉਹਨੂੰ ਜਿਹੜੀ ਕੀ ਕੀਤਾ ਜਾਂਦਾ, ਹਾਈਪੋਥਰਮੀਆ ਦੀ ਹਾਲਤ ਵਿੱਚ ਉਹਨੂੰ ਗਰਮੀ ਦੇਣੀ ਪੈਂਦੀ ਹੈ। ਰੋਗੀ ਦਰਦ ਅਤੇ ਹਾਈਪੋਕਸੀਮੀਆ ਦੇ ਕਾਰਨ ਬੇਚੈਨ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਕਿ ਜਦੋਂ ਕਿਸੇ ਵੀ ਮਰੀਜ਼ ਦਾ ਆਪਰੇਸ਼ਨ ਹੁੰਦਾ ਗਾ, ਮਰੀਜ਼ ਤੋਂ ਬਾਅਦ ਉਹਦੇ ਵਿੱਚ ਉਹਨੂੰ ਮਤਲਬ ਕਿ ਬੇਚੈਨੀ ਮਹਿਸੂਸ ਹੁੰਦੀ ਹੈ, ਠੀਕ ਹੈ। ਤਾਂ ਜਾਂ ਉਹਨੂੰ ਕੰਬਣੀ ਮਹਿਸੂਸ ਹੁੰਦੀ ਹੈ, ਕੰਬਣੀ ਵਾਸਤੇ ਨੂੰ ਆਪਾਂ ਦੇਵਾਂਗੇ ਹਾਈਪੋਥਰਮੀਆ। ਪਰ ਜੇ ਉਹਨੂੰ ਰੋਗੀ ਨੂੰ ਦਰਦ ਹੋ ਰਿਹਾ ਹੈ ਜਾਂ ਬੇਚੈਨੀ ਮਹਿਸੂਸ ਹੋ ਰਹੀ ਹੈ, ਬੇਚੈਨੀ ਕਾਹਦੇ ਕਰਕੇ ਮਹਿਸੂਸ ਹੁੰਦੀ ਹੈ ਕਿ ਉਹਨੂੰ ਮਰੀਜ਼ ਨੂੰ ਉਹ ਹੁੰਦੀ ਆ ਹਾਈਪੋਕਸੀਆ ਕਰਕੇ, ਠੀਕ ਹੈ। ਜੇਕਰ ਰੋਗੀ ਸਾਈਨੋਸਾਈਡ ਹੈ, ਸਾਈਨੋਸਾਈਡ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਜੇਕਰ ਮਰੀਜ਼ ਦੇ ਨੇਲ ਜਾਂ ਹੋਰ ਬੋਡੀ ਦੇ ਪਾਰਟ ਵੀ ਨੀਲੇ ਹੋ ਰਹੇ ਹਨ, ਤਾਂ ਉਸਨੂੰ ਆਕਸੀਜਨ ਵੀ ਦੇਣੀ ਪੈਂਦੀ ਹੈ ਆਪਾਂ ਨੂੰ, ਠੀਕ ਹੈ। ਸਾਈਨੋਸਾਈਡ ਡਾਕਟਰਾਂ ਦੀ ਭਾਸ਼ਾ ਹੁੰਦੀ ਹੈ ਸਾਈਨੋਸਾਈਡ। ਡਾਕਟਰ ਕਹਿਣਗੇ ਇਹ ਸਾਈਨੋਸਾਈਡ ਬਾਈ ਹੋ ਰਿਹਾ ਇਹਨੂੰ, ਅਤੇ ਇਹਨੂੰ ਜਲਦੀ ਤੋਂ ਜਲਦੀ ਆਪਾਂ ਕੀ ਕਰੋ, ਇਹ ਦਿਓ, ਆਕਸੀਜਨ ਦਿਓ, ਠੀਕ ਹੈ। ਆਕਸੀਜਨ ਨੂੰ ਕਈ ਵਾਰੀ ਆਕਸੀਜਨ ਦੇ O2 ਵੀ ਲਿਖਿਆ ਆ ਸਕਦਾ। ਇਸ ਤੋਂ ਬਾਅਦ ਸਾਰੇ ਡਰੇਨਜ ਟਿਊਬ ਚੈੱਕ ਕਰੋ। ਡਰੇਨਜ ਟਿਊਬ ਕਿਹੜੇ ਹੁੰਦੇ ਆ? ਇਹ ਹੁੰਦੇ ਆ ਡਰੇਨਜ ਟਿਊਬ, ਜਿਹਦਾ ਹੀ ਮਰੀਜ਼ ਦੇ ਅੰਦਰ ਕੋਈ ਬੋਤਲ ਲੱਗੀ ਹੁੰਦੀ ਹੈ, ਕੋਈ ਮੈਡੀਸਨ ਦਿੱਤੀ ਜਾਂਦੀ ਹੈ, ਕੋਈ ਬੋਤਲ ਲੱਗਦੀ ਹੈ ਮਰੀਜ਼ ਦੇ, ਮਤਲਬ ਕਿਸੇ ਮਰੀਜ਼ ਦਾ ਪਿੱਤੇ ਦਾ ਆਪਰੇਸ਼ਨ ਹੋਇਆ, ਕਿਸੇ ਦਾ ਕੋਈ ਹੋਰ ਸਟੋਮਿਕ ਦਾ ਆਪਰੇਸ਼ਨ ਹੋਇਆ, ਤਾਂ ਉਦੋਂ ਬਾਅਦ ਉਹਨੂੰ ਆਹ ਚੀਜ਼ਾਂ ਦਿੱਤੀਆਂ ਜਾਂਦੀਆਂ ਹੁੰਦੀਆਂ, ਠੀਕ ਹੈ। ਇਹਦੇ ਰਾਹੀਂ ਉਹਨੂੰ ਮਤਲਬ ਤਾਕਤ ਦਿੱਤੀ ਜਾਂਦੀ ਹੈ, ਟੀਕੇ ਮਿਲਾਏ ਜਾਂਦੇ ਹੁੰਦੇ ਆ, ਠੀਕ ਹੈ ਜੀ। ਇਹਦੇ ਨਾਲ ਆਪਣਾ ਇਹ ਲੈਕਚਰ ਹੋ ਗਿਆ ਸਮਾਪਤ। ਅਤੇ ਹੁਣ ਤੁਹਾਨੂੰ ਦੱਸਦਾ ਇਹਦੇ 'ਚ ਕਿਹੜੀਆਂ ਚੀਜ਼ਾਂ ਤੁਸੀਂ ਕਰਨੀਆਂ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ, ਠੀਕ ਹੈ। ਧਿਆਨ ਨਾਲ ਸਾਰੇ ਬੱਚਿਆਂ ਨੇ ਸੁਣਨਾ। ਹੁਣ ਸਭ ਤੋਂ ਪਹਿਲਾਂ ਜਿਹੜੀ ਚੀਜ਼ ਪੁੱਛੀ ਜਾਣੀ ਹੈ ਇਹਦੇ 'ਚ ਆਪਰੇਸ਼ਨ ਬਣਨਗੇ। ਇਸ ਤੋਂ ਬਾਅਦ ਦੇਖੋ ਜਦੋਂ ਆਪਾਂ ਇਹ ਟੌਪਿਕ ਸਾਰੇ ਕੰਪਲੀਟ ਕਰ ਲਏ, ਪਹਿਲਾਂ ਤਾਂ ਚੀਜ਼ ਧਿਆਨ ਨਾਲ ਸਮਝੋ, ਇਹ ਚੀਜ਼ ਧਿਆਨ ਨਾਲ ਸਮਝਣੀ ਉਹ ਸਮਝੋ ਪਹਿਲਾਂ ਤਾਂ। ਹੋਮ ਐਂਡ ਹੌਸਪੀਟਲ ਬੇਸਡ ਕੇਅਰ, ਇਹਦੇ ਵਿੱਚ ਕੀ ਚੱਕਰ ਹੈ? ਇਹ ਜਿਹੜਾ ਭਾਈ ਇਹ ਸਿਲੇਬਸ ਹੈਗਾ, ਇਹ ਯੂਨੀਵਰਸਿਟੀ ਵੱਲੋਂ 1 ਸਾਲ ਦਾ ਕੋਰਸ ਹੈਗਾ। ਯੂਨੀਵਰਸਿਟੀ ਵੱਲੋਂ ਕਿੰਨੇ ਸਾਲ ਦਾ ਕੋਰਸ ਹੈ ਇਹ?
1 ਸਾਲ ਦਾ ਕੋਰਸ ਹੈ। ਦੇਖੋ ਹੁਣ ਤੁਹਾਡੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ ਤੁਸੀਂ 1 ਸਾਲ ਦਾ ਕੋਰਸ ਕਰ ਲਓਗੇ। ਜੇ ਮੰਨ ਲਓ ਤੁਸੀਂ 1 ਸਾਲ ਦਾ ਕੋਰਸ ਕਰ ਵੀ ਲਿਆ, ਮੂਹਰੇ ਤੁਹਾਨੂੰ ਕੀ ਪਤਾ ਕਿ 5 ਸਾਲਾਂ ਨੂੰ ਵੈਕੈਂਸੀਆਂ ਆਉਣਗੀਆਂ ਕਿ 10 ਸਾਲਾਂ ਨੂੰ ਵੈਕੈਂਸੀਆਂ ਆਉਣਗੀਆਂ, ਕਿਉਂਕਿ ਐਤਕੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਇਹ ਹੋ ਰਹੀ ਹੈ ਭਰਤੀ, ਬਹੁਤ ਕੈਂਡੀਡੇਟ ਰੱਖਣੇ 800 ਕੈਂਡੀਡੇਟ, ਕੋਈ ਛੋਟੀ ਮੋਟੀ ਭਰਤੀ ਨਹੀਂ ਹੁੰਦੀ, ਬਹੁਤ ਵੱਡੀ ਭਰਤੀ ਹੁੰਦੀ ਹੈ। ਠੀਕ ਹੈ, ਇਹ ਬਹੁਤ ਵੱਡੀ ਭਰਤੀ ਹੁੰਦੀ ਹੈ 800 ਕੈਂਡੀਡੇਟਾਂ ਦੀ, ਤਾਂ ਕਰਕੇ ਇਹ ਨਹੀਂ ਪਤਾ ਮੁੜ ਕੇ 5-6 ਸਾਲ ਤੁਹਾਡੀ ਵਾਰੀ ਨਾ ਆਵੇ। ਦੂਸਰੀ ਗੱਲ, ਜਿਹੜਾ ਹੋਮ ਬੇਸਡ ਹੁੰਦਾ ਇਹਦੇ 1 ਸਾਲ ਦਾ ਕੋਰਸ ਹੈ, ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸਮਝਾਈਆਂ ਜਾਂਦੀਆਂ ਕਿ ਡਾਕਟਰ ਨੇ ਕਿਹੜੀ ਦਵਾਈ ਦੇਣੀ ਹੈ, ਕੀ TPR ਹੁੰਦਾ, ਕੀ ਬਲੱਡ ਪ੍ਰੈਸ਼ਰ ਹੁੰਦਾ, ਕੀ ਨਾਰਮਲ ਬਲੱਡ ਪ੍ਰੈਸ਼ਰ ਹੁੰਦਾ ਗਾ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਇੱਕ ਵਾਰੀ ਆਪਾਂ ਇਹ ਜਿਹੜਾ ਵੀ ਸਿਲੇਬਸ ਇਹਨੇ ਦਿੱਤਾ ਹੋਇਆ ਯੂਨੀਵਰਸਿਟੀ ਦਾ ਕੋਰਸ ਹੈ ਜਿਹੜਾ ਵੀ ਦਿੱਤਾ ਹੋਇਆ ਉਸ ਨੂੰ ਦਿਖਾ ਦੇਣਾ ਕੋਰਸ ਕਿਹੜਾ ਗਾ, ਧਿਆਨ ਨਾਲ ਦੇਖੋ। ਆਹ ਦੇਖੋ ਜੀ, ਆਹ ਸਾਰਾ ਕੋਰਸ ਹੈਗਾ ਦਾ, ਠੀਕ ਹੈ। ਆਹ ਯੂਨਿਟ ਨੰਬਰ 1, ਯੂਨਿਟ ਨੰਬਰ 2, ਠੀਕ ਹੈ, ਰਾਈਟ। ਇਹ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ A to Z, ਕੋਈ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਨਾ ਕਰਾਂਗੇ, ਸਾਰੀਆਂ ਚੀਜ਼ਾਂ ਕਰਾਂਗੇ। ਇਨਫੈਕਸ਼ਨ ਨੂੰ ਕਿਵੇਂ ਕੰਟਰੋਲ ਕਰਨਾ, A to Z ਸਾਰਾ ਕੁਝ ਪੜਾਂਗੇ ਆਪਾਂ ਡਿਟੇਲ ਦੇ ਵਿੱਚ, ਠੀਕ ਹੈ। ਬਾਇਓਮੈਡੀਕਲ ਵੇਸਟੇਜ ਸਾਰਾ ਕੁਝ A to Z, ਕੋਈ ਚੀਜ਼ ਨਹੀਂ ਆਪਾਂ ਛੱਡਣੀ, ਠੀਕ ਹੈ। ਅਨਾਟੋਮੀ ਵੀ ਤੁਹਾਨੂੰ ਪੂਰੀ ਵਧੀਆ ਕਰਵਾਊਂਗਾ ਮੈਂ। ਦੇਖੋ ਅੱਜ ਆਹ ਲੈਕਚਰ 'ਚ ਆਪਣਾ ਕੰਪਲੀਟ ਹੋ ਚੁੱਕਿਆ, ਆਹ ਆਪਾਂ ਸਾਰਾ ਕਰ ਲਿਆ ਕੰਪਲੀਟ। ਇਹਦਾ ਲੈਕਚਰ ਪਹਿਲਾਂ ਲੱਗ ਚੁੱਕਿਆ 11ਵੀਂ ਯੂਨਿਟ ਦਾ। ਪੇਸ਼ੈਂਟ ਕੇਅਰ ਪ੍ਰੋਸੀਜਰ, ਕਿਵੇਂ ਉਹਦੀ ਕੇਅਰ ਕਰਨੀ ਹੈ, ਕਿਵੇਂ ਉਹਨੂੰ ਵਾਲਾਂ ਨੂੰ ਸਾਫ਼ ਕਰਨਾ, ਕਿਵੇਂ ਉਹਨੂੰ ਹੀਟ ਦੇਣੀ ਹੈ, ਕੋਲਡ, ਇਹ ਸਾਰਾ ਕੁਝ ਤੁਹਾਨੂੰ ਕਰਵਾਤਾ ਮੈਂ ਇੱਕ ਲੈਕਚਰ ਦੇ ਵਿੱਚ। 11ਵਾਂ ਦੇ ਆਹ ਸਾਰੇ ਜਿਹੜੇ ਭਾਈ ਨਿਬੇੜਤਾ ਇਹ ਆਪਾਂ। ਦੂਸਰਾ ਇਹਦੇ ਵਿੱਚ ਕੀ ਹੈਗਾ, ਆਹ ਵੀ ਸਾਰੇ ਵਿੱਚ ਹੀ ਕਵਰ ਹੋ ਗਿਆ ਸੀ ਇਹਦੇ। ਅੱਜ ਆਪਾਂ ਨਿਬੇੜਿਆ ਆਹ, ਠੀਕ ਹੈ। ਅੱਜ ਆਪਣਾ ਨਿਬੜ ਗਿਆ ਭਾਈ ਸਾਰਾ, ਠੀਕ ਹੈ। ਡਿਸਚਾਰਜ ਨੋਟ ਜਿਹੜਾ ਲੈ ਕੇ ਆਉਂਦਾ ਹੁੰਦਾ, ਉਹ ਲੈ ਕੇ ਆਉਂਦਾ ਹੁੰਦਾ ਗਾ ਵਾਰਡ ਅਟੈਂਡੈਂਟ, ਠੀਕ ਹੈ। ਪ੍ਰੀਓ ਆਪਰੇਟਿਵ, ਠੀਕ ਹੈ। ਪ੍ਰੀ ਆਪਰੇਟਿਵ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਦਿਆਂ, ਅਸਾਈਨਮੈਂਟ, ਪ੍ਰੀਪਰੇਸ਼ਨ, ਮੈਡੀਸਨ ਕੀ ਦਿੱਤੀਆਂ ਜਾਂਦੀਆਂ ਹੈਗੀਆਂ, ਠੀਕ ਹੈ। ਪੋਸਟ ਆਪਰੇਟਿਵ ਦੇ ਵਿੱਚ ਸਾਰੀਆਂ ਚੀਜ਼ਾਂ, ਨੋਟ ਮੈਨੇਜਮੈਂਟ, ਕੰਪਲੀਕੇਸ਼ਨ, ਡਿਸਚਾਰਜ ਨੋਟ, ਇਹ ਸਾਰੀਆਂ ਚੀਜ਼ਾਂ ਇਹ ਵੀ ਅੱਜ ਆਪਣੇ ਨੋਟਸ ਦੇ ਵਿੱਚ ਸਾਰੀਆਂ ਕੰਪਲੀਟ ਹੋ ਚੁੱਕੀਆਂ ਹੈਗੀਆਂ। ਯੂਨਿਟ ਨੰਬਰ 12 ਵੀ ਆਪਾਂ ਕੰਪਲੀਟ ਕਰਤੀ। ਹੁਣ ਕੱਲ੍ਹ ਨੂੰ ਆਪਾਂ ਕਰਾਂਗੇ ਕੀ ਕਰਾਂਗੇ, ਕੱਲ੍ਹ ਨੂੰ ਆਪਾਂ ਕਰਾਂਗੇ ਐਮਰਜੈਂਸੀ ਏਡਸ, ਠੀਕ ਹੈ। ਜਿਹੜੇ ਮਤਲਬ ਐਮਰਜੈਂਸੀ ਆਪਾਂ ਕਿਸੇ ਬੰਦੇ ਨੂੰ ਕੋਈ ਹੈਲਪ ਦੇਣੀ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ। ਕੱਲ੍ਹ ਨੂੰ ਆਪਣਾ ਲੱਗੂਗਾ ਇਹ ਲੈਕਚਰ। ਇਹ ਕੋਰਸ ਆ ਬਾਈ ਤੁਹਾਨੂੰ ਸਾਰਾ ਕੰਪਲੀਟ ਕਰਵਾਊਂਗਾ, ਕੋਈ ਟੈਨਸ਼ਨ ਇਹਦੀ ਤੁਹਾਨੂੰ ਲੋੜ ਨਹੀਂ, ਠੀਕ ਹੈ ਜੀ। ਬਹੁਤ ਵਧੀਆ ਤੁਹਾਡੇ ਲੈਕਚਰ ਲੱਗਣਗੇ। ਜਾਂ ਨਿਊਟ੍ਰੀਸ਼ਨ ਦਾ ਲੈਕਚਰ ਵੀ ਲਾ ਦਿੰਦੇ ਆਪਾਂ, ਨਿਊਟ੍ਰੀਸ਼ਨ ਦਾ ਲੈਕਚਰ ਵੀ ਲਾਉਣਾ ਪਊਗਾ, ਕਿਉਂਕਿ ਜੇ ਨਿਊਟ੍ਰੀਸ਼ਨ ਹੈਗਾ ਇਹ ਤੇ ਆਂਗਣਵਾੜੀ ਵਾਲੇ ਤੁਹਾਡੇ ਦੋਨੇ ਕੈਂਡੀਡੇਟਾਂ ਦਾ ਇੱਕ ਹੀ ਲੈਕਚਰ ਹੈ ਸੇਮ ਟੂ ਸੇਮ, ਤਾਂ ਕਰਕੇ ਤੁਹਾਡਾ ਦੋਨਾਂ ਸਾਂਝਾ ਲੈਕਚਰ ਕੱਲ੍ਹ ਨੂੰ ਨਿਊਟ੍ਰੀਸ਼ਨ ਹੀ ਲਾ ਦਿੰਦੇ ਆਪਾਂ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਅਤੇ ਇਹ ਤੁਹਾਨੂੰ ਸਾਰਾ ਕੁਝ ਕਰਵਾ ਦੂੰਗਾ, ਠੀਕ ਹੈ ਜੀ। ਹੁਣ ਤੁਹਾਨੂੰ ਦੱਸ ਦਾਂਗੇ ਵੀ ਤੁਸੀਂ ਯਾਦ ਕੀ ਕੁਛ ਕਰਨਾ ਇਹਦੇ ਵਿੱਚ। ਸਭ ਤੋਂ ਪਹਿਲਾਂ ਪ੍ਰੀ ਆਪਰੇਟਿਵ ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ, ਆਪਰੇਸ਼ਨ ਤੋਂ ਪਹਿਲਾਂ ਦੀਆਂ ਚੀਜ਼ਾਂ, ਇਹ ਆਪਰੇਸ਼ਨ ਬਣਨਾ 1 ਨੰਬਰ ਦਾ। ਦੂਸਰਾ ਆਪਰੇਸ਼ਨ ਹੋਣਾ ਭਾਈ ਆਪਣੇ ਕੋਲੇ ਪੋਸਟ ਆਪਰੇਟਿਵ ਤੋਂ ਬਾਅਦ ਕਿਹੜੀਆਂ ਚੀਜ਼ਾਂ, ਪੋਸਟ ਆਪਰੇਟਿਵ ਕਾਹਦੇ ਵਿੱਚ ਆ ਜਾਂਦੀਆਂ, ਆਪਰੇਸ਼ਨ ਤੋਂ ਬਾਅਦ ਦੀਆਂ ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਪ੍ਰੀ ਆਪਰੇਟਿਵ ਦੇ ਵਿੱਚ ਕਿੰਨੇ ਹਿੱਸੇ ਆ, 3 ਹਿੱਸੇ ਆ। ਸਭ ਤੋਂ ਪਹਿਲਾਂ ਕਿਹੜਾ ਹਿੱਸਾ ਆ ਗਿਆ, ਫਿਜ਼ੀਓਲੋਜੀਕਲ ਪ੍ਰੀਪਰੇਸ਼ਨ। ਇਹਦੇ ਵਿੱਚ ਕੀ ਕੀਤਾ, ਮਰੀਜ਼ ਦਾ ਡਰ ਕਿਹੜੇ ਮਤਲਬ ਪ੍ਰੀਪਰੇਸ਼ਨ ਦੇ ਵਿੱਚ ਖਤਮ ਕੀਤਾ ਜਾਂਦਾ, ਫਿਜ਼ੀਓਲੋਜੀ ਦੇ ਵਿੱਚ ਜਿਹੜਾ ਡਰ ਖਤਮ ਕੀਤਾ ਜਾਂਦਾ ਹੈਗਾ, ਠੀਕ ਹੈ। TPR ਕੀ ਹੈਗਾ, TPR ਬਾਰੇ ਗੱਲ ਕੀਤੀ ਜਾਊਗੀ। TPR ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਜਾਂ ਇਹ ਵੀ ਪੁੱਛ ਸਕਦਾ ਕਿ TPR ਦੇ ਵਿੱਚ R ਦਾ ਕੀ ਮਤਲਬ ਹੈ, P ਦਾ ਕੀ ਮਤਲਬ ਹੈ, T ਦਾ ਕੀ ਮਤਲਬ ਹੈ, ਠੀਕ ਹੈ। ਇਸ ਤੋਂ ਬਾਅਦ ਆਹ ਚੀਜ਼ ਪੁੱਛੀ ਜਾ ਸਕਦੀ ਹੈ ਕਿ ਜਿਹੜੀ ਬਲੱਡ ਗਰੁੱਪਿੰਗ ਹੈ, ਕ੍ਰੋਸ ਮੈਚਿੰਗ ਹੈ, ਬਲੀਡਿੰਗ ਟਾਈਮ ਹੈ, ਕਲੋਥਿੰਗ ਟਾਈਮ ਹੈ, HB ਹੈ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਦਾ ਜਿਹੜਾ ਮਤਲਬ ਡਾਟਾ ਤਿਆਰ ਕੀਤਾ ਜਾਂਦਾ, ਕਿਹੜੀ ਆਪਰੇਟਿਵ ਦੇ ਵਿੱਚ ਕੀਤਾ ਜਾਂਦਾ, ਪ੍ਰੀ ਆਪਰੇਟਿਵ ਦੇ ਵਿੱਚ ਕੀਤਾ ਜਾਂਦਾ ਕਿ ਪੋਸਟ ਆਪਰੇਟਿਵ ਦੇ ਵਿੱਚ। ਤਾਂ ਪ੍ਰੀ ਆਪਰੇਟਿਵ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਪਹਿਲਾਂ ਬੰਦੋਬਸਤ ਕਰ ਲਿਆ ਜਾਂਦਾ ਗਾ, ਠੀਕ ਹੈ। ਤਾਂ ਇਹ ਚੀਜ਼ ਪੁੱਛ ਸਕਦੇ, ਜਾਂ ਪੁੱਛ ਸਕਦੇ ਕਿ ਵੀ ਜਦੋਂ ਕੋਈ ਵੀ ਉਹ ਹੈਗਾ ਮਰੀਜ਼ ਹੈ, ਉਹਨੂੰ ਕਬਜੀ ਹੋ ਗਈ ਤਾਂ ਉਹਨੂੰ ਕਿਹੜੀ ਦਵਾਈ ਦੇਣੀ ਪਊਗੀ, ਉਹਨੂੰ ਦੇਣੀ ਪਊਗੀ ਲੈਕਸੇਟਿਵ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇਮੀਡੀਏਟ ਪ੍ਰੀ ਦੇ ਵਿੱਚ ਕੀ ਆ ਜਾਂਦਾ, ਇਮੀਡੀਏਟ ਪ੍ਰੀ ਦੇ ਵਿੱਚ ਇਹ ਆ ਜਾਂਦਾ ਕਿ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ, ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਉਲਟੀਆਂ ਦੀ ਜਾਂ ਬੱਤ ਨਾ ਲੱਗਣ, ਉਹ ਚੀਜ਼ ਤੋਂ ਬਚਾਉਣ ਵਾਸਤੇ ਮਰੀਜ਼ ਨੂੰ 8 ਘੰਟੇ ਪਹਿਲਾਂ ਹੀ ਮਤਲਬ ਮੂੰਹ ਰਾਹੀਂ ਉਹਨੂੰ ਭੋਜਨ ਦੇਣਾ ਬੰਦ ਕਰ ਦਿੱਤਾ ਜਾਂਦਾ ਗਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਉਹਨੂੰ ਸਿਰਫ ਜਿਹੜੀ ਮਤਲਬ ਬੋਤਲਾਂ ਦੁਬਾਰਾ એનર્ਜੀ ਦਿੱਤੀ ਜਾਂਦੀ ਹੈ। ਇਹ ਗੱਲ ਵੀ ਯਾਦ ਰੱਖਣੀ ਹੈ ਕਿ ਜਿਹੜੀ ਇਹ 8 ਘੰਟੇ ਪਹਿਲਾਂ ਦੀ ਗੱਲ ਹੈ, ਕਿਹੜੀ ਪ੍ਰੀ ਦੇ ਵਿੱਚ ਆਉਂਦੀ ਹੈ, ਇਹ ਇਮੀਡੀਏਟ ਪ੍ਰੀ ਆਪਰੇਟਿਵ ਕੇਅਰ ਦੇ ਵਿੱਚ ਇਹ ਗੱਲ ਆਉਂਦੀ ਹੈ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਬਾਥਰੂਮ ਤੋਂ, ਠੀਕ ਹੈ, ਪ੍ਰੀ ਮੈਡੀਸਨ ਜਿਹੜੀ ਆਪਰੇਸ਼ਨ ਤੋਂ ਪਹਿਲਾਂ ਮੈਡੀਸਨ ਦਿੱਤੀ ਜਾਂਦੀ, ਕਿਹੜੀ ਮੈਡੀਸਨ ਦਿੱਤੀ ਜਾਂਦੀ, ਪ੍ਰੀ ਮੈਡੀਸਨ ਦਿੱਤੀ ਜਾਂਦੀ ਹੈ। ਅਤੇ ਇਸ ਤੋਂ ਪਹਿਲਾਂ ਉਹਨੂੰ ਬਾਥਰੂਮ ਵੀ ਕਰਵਾ ਲੈਣਾ ਚਾਹੀਦਾ, ਮਤਲਬ ਜਿਹੜਾ ਉਹਦਾ ਬਲੈਡਰ ਬਿਲਕੁਲ ਖਾਲੀ ਹੋ ਜੇ। ਇਸ ਤੋਂ ਬਾਅਦ ਮਰੀਜ਼ ਨੂੰ ਇੰਜੈਕਸ਼ਨ ਐਟਰੋਸੋਪ ਦਿੱਤਾ ਜਾਂਦਾ। ਐਟਰੋਸੋਪ ਦਾ ਕੀ ਮਤਲਬ ਹੁੰਦਾ, ਇਹ ਜਿਹੜੀ ਧੜਕਣ ਹੁੰਦੀ ਹੈ, ਐਟਰੋਸੋਪ ਰਿਸਪੈਟਰੀ ਸੈਂਟਰ ਡਿਸਪ੍ਰੈਸ ਕਰਦਾ, ਧੜਕਣ ਨੂੰ ਵਧਾਉਂਦਾ ਇਹ, ਠੀਕ ਹੈ। ਇਸ ਤੋਂ ਬਾਅਦ OT ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਪੋਸਟ ਦੇ ਵਿੱਚ ਕੀ ਆ ਜਾਂਦੇ ਆ, ਆਪਰੇਸ਼ਨ ਤੋਂ ਬਾਅਦ ਦੀਆਂ ਚੀਜ਼ਾਂ ਆ ਜਾਂਦੀਆਂ, ਠੀਕ ਹੈ। ਆਹ ਭਾਈ ਸਾਰੇ ਤੁਸੀਂ ਦੇਖ ਲੈਣੇ ਆ, ਠੀਕ ਹੈ। ਟੰਗ ਡਿਸਪ੍ਰੈਸਰ ਕੀ ਹੁੰਦਾ, ਕਈ ਵਾਰੀ ਫੋਟੋ ਦੇ ਦਿੰਦੇ, ਪੁੱਛਣਾ ਦੇ ਕੀ ਚੀਜ਼ ਹੈ, ਠੀਕ ਹੈ। ਮਾਊਥ ਗੈਗ ਕੀ ਚੀਜ਼ ਹੈ, ਮਾਊਥ ਗੈਗ ਕਾਹਦੇ ਕੰਮ ਆਉਂਦੀ ਹੈ, ਕਿ ਦੰਦਾਂ ਨੂੰ ਆਪਸ ਦੇ ਵਿੱਚ ਨਾ ਮਿਲਣ ਦੇਣਾ। ਆਪਰੇਸ਼ਨ ਜਦੋਂ ਹੁੰਦਾ ਗਾ ਅਤੇ ਉਦੋਂ ਨਾ ਮਤਲਬ ਜੋ ਕਿਸੇ ਵੀ ਮਰੀਜ਼ ਦਾ ਕੋਈ ਵੀ ਆਪਰੇਸ਼ਨ ਹੁੰਦਾ ਨਾ, ਉਹਨੂੰ ਦੰਦਾਂ ਨੂੰ ਮਤਲਬ ਉਹਦੇ ਆਪਸ ਦੇ ਵਿੱਚ ਦੰਦ ਪ੍ਰੈਸ ਨਾ ਹੋ ਜਾਣ, ਉਹਦੇ ਵਾਸਤੇ ਉਹਦੇ ਮੂੰਹ ਦੇ ਵਿੱਚ ਗੈਗ ਟੱਗ ਪਾਇਆ ਜਾਂਦਾ ਗਾ, ਠੀਕ ਹੈ। ਜੇਕਰ ਉਹ ਡਾਕਟਰ ਤਾਂ ਹੀ ਆਪਰੇਸ਼ਨ ਤੋਂ ਪਹਿਲਾਂ ਕਈ ਵਾਰੀ ਪੁੱਛਣ ਵੀ ਆਉਂਦਾ ਹੁੰਦਾ ਕਿ ਭਾਈ ਤੁਹਾਡੇ ਜਿਹੜਾ ਕੈਂਡੀਡੇਟ ਹੈ
ਜਾਂ ਤੁਹਾਡਾ ਜਿਹੜਾ ਮਰੀਜ਼ ਆ ਉਹਦੇ ਦੰਦਾਂ 'ਤੇ ਕੈਪ ਤਾਂ ਨਹੀਂ ਚੜਿਆ ਹੋਇਆ, ਕਿਉਂਕਿ ਇਹਨਾਂ ਦਾ ਕੈਪ ਟੁੱਟਣ ਦਾ ਵੀ ਡਰ ਹੁੰਦਾ ਹੈਗਾ, ਤਾਂ ਕਰਕੇ ਇਹ ਚੀਜ਼ ਪੁੱਛੀ ਜਾਂਦੀ ਹੁੰਦੀ ਹੈ। ਆਰਟਰੀ ਫੋਰਸੈਪ ਇਹ ਆਪਰੇਸ਼ਨ ਵਾਸਤੇ ਭਾਈ ਪੁੱਛ ਸਕਦੀ ਹੈ। ਆਰਟਰੀ ਫੋਰਸੈਪ ਕੀ ਹੁੰਦੀ ਹੈ? ਇੱਕ ਕੈਂਚੀ ਹੁੰਦੀ ਹੈ, ਠੀਕ ਹੈ। ਉਹ ਜੇ ਪੈਸੇ ਕੀ ਹੁੰਦੇ ਹੈਗੇ ਆ ਜਿਹੜੇ ਮੂੰਹ ਦੇ ਆਪਰੇਸ਼ਨ 'ਤੇ ਲਾਏ ਜਾਂਦੇ ਬਾਅਦ 'ਚ ਪੱਟੀਆਂ। ਸੈਕਸ਼ਨ ਪਾਰਟ ਐਮਰਜੈਂਸੀ ਐਂਡੋ ਟਿਊਬ ਤੋਂ ਕੀ ਕੀਤਾ ਜਾਂਦਾ? ਖਾਣਾ ਪ੍ਰੋਵਾਈਡ ਕਰਵਾਇਆ ਜਾਂਦਾ ਐਂਡੋਟ੍ਰੈਕੀਅਲ ਟਿਊਬ ਦੇ ਵਿੱਚੋਂ। ਦੇਖੋ ਇਹਦੇ ਵਿੱਚ ਕੀ ਚੀਜ਼ ਟ੍ਰਾਈਕੀਆ, ਟ੍ਰਾਈਕੀਆ ਆਪਣੇ ਕਿੱਥੇ ਹੁੰਦਾ? ਗਲੇ ਦੇ ਵਿੱਚ ਟ੍ਰਾਈਕੀਆ ਹੁੰਦਾ ਆਪਣੇ, ਤਾਂ ਐਂਡੋਟ੍ਰੈਕੀਆ ਰਾਹੀਂ ਅੰਦਰ ਖਾਣਾ ਪ੍ਰੋਵਾਈਡ ਕਰਵਾਉਣਾ। ਲਾਰਗੋਸਕੋਪ ਇਹਨਾਂ ਅੰਦਰ ਦੇਖਣਾ ਹੁੰਦਾ ਗਾ, ਸਕੋਪ ਦਾ ਕੰਮ ਕਰਦੀ ਹੈ ਇਹ। ਆਕਸੀਜਨ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ, ਠੀਕ ਹੈ। ਬਿਟਲ ਸਾਈਨ ਵੀ ਤੁਹਾਨੂੰ ਪਤਾ ਲੱਗ ਗਿਆ ਕੀ ਹੁੰਦਾ। ਬਿਟਲ ਸਾਈਨ ਦੇ ਵਿੱਚ TPR ਸਾਰੀਆਂ ਚੀਜ਼ਾਂ ਆ ਜਾਂਦੀਆਂ ਕਿ ਮਰੀਜ਼ ਦਾ ਕਿਹੋ ਜਿਹੀ ਹੈ। ਇਸ ਤੋਂ ਬਾਅਦ ਪੁੱਛਿਆ ਜਾ ਸਕਦਾ ਹੈਗਾ ਕਿ ਪੋਲਰ ਕੀ ਹੁੰਦਾ? ਪੋਲਰ ਦਾ ਮਤਲਬ ਹੁੰਦਾ ਕਿ ਚਮੜੀ ਦਾ ਰੰਗ ਫਿੱਕਾ ਪੈ ਗਿਆ। ਟ੍ਰੈਚਕਾਰਡੀਆ, ਕਾਰਡੀਆ ਦਾ ਮਤਲਬ ਦਿਲ ਦੀ ਧੜਕਣ ਦੀ ਦਰ ਪਤਾ ਕਰਨੀ। ਟ੍ਰੈਚਪੋਨੀਆ ਦਾ ਮਤਲਬ ਹੁੰਦਾ ਸਾਹ ਦੀ ਦਰ ਪਤਾ ਕਰਨੀ। ਇਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ, ਇਹ ਪ੍ਰਸ਼ਨ ਪੁੱਛਿਆ ਸਕਦਾ। ਇਸ ਤੋਂ ਬਾਅਦ ਪੁੱਛਿਆ ਜਾ ਸਕਦਾ ਹੈਗਾ ਕਿ ਹਾਈਪੋਥਰਮੀਆ ਹੋਣ ਦੀ ਹਾਲਤ ਦੇ ਵਿੱਚ ਮਰੀਜ਼ ਨੂੰ ਕੀ ਦਿੱਤੀ ਜਾਂਦੀ ਹੈ? ਗਰਮੀ ਦਿੱਤੀ ਜਾਂਦੀ ਹੈ ਤੇ ਠੰਡਕ ਦਿੱਤੀ ਜਾਂਦੀ ਹੈ। ਤਾਂ ਹਾਈਪੋਥਰਮੀਆ ਦੇ ਵਿੱਚ ਮਰੀਜ਼ ਨੂੰ ਕੀ ਦਿੱਤੀ ਜਾਂਦੀ ਹੈ? ਗਰਮੀ ਦਿੱਤੀ ਜਾਂਦੀ ਹੈ। ਰੋਗੀ ਕਾਹਦੇ ਕਰਕੇ ਬੇਚੈਨ ਹੁੰਦਾ ਆਪਰੇਸ਼ਨ ਤੋਂ ਬਾਅਦ? ਹਾਈਪੋਕਸੀਆ ਕਰਕੇ ਬੇਚੈਨ ਹੁੰਦਾ। ਜੇਕਰ ਰੋਗੀ ਨੂੰ ਸਾਈਨੋਸਾਈਡ ਹੈ ਤਾਂ ਇਹਦਾ ਮਤਲਬ ਕੀ ਹੈਗਾ? ਸਾਈਨੋਸਾਈਡ ਦਾ ਮਤਲਬ ਹੈ ਕਿ ਉਹਦੇ ਵਿੱਚ ਬੋਡੀ ਪਾਰਟ ਉਹਦੇ ਨੀਲੇ ਹੋ ਰਹੇ ਨੇ ਉਹਦੇ ਬੋਡੀ ਪਾਰਟ, ਤਾਂ ਕਰਕੇ ਉਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਡਰੇਨ ਟਿਊਬਾਂ ਜਿਹਦੇ ਦੁਆਰਾ ਉਹਨੂੰ ਦਵਾਈ ਦਿੱਤੀ ਜਾਂਦੀ ਹੈ, ਉਹ ਮਤਲਬ ਕੀ ਕੀਤੀਆਂ ਜਾਂਦੀਆਂ? ਚੈੱਕ ਕੀਤੀਆਂ ਜਾਂਦੀਆਂ, ਠੀਕ ਹੈ ਜੀ। ਠੀਕ ਹੈ ਜੀ, ਇਹਦੇ ਨਾਲ ਆਪਣਾ ਇਹ ਲੈਕਚਰ ਕੰਪਲੀਟ ਹੋ ਚੁੱਕਿਆ ਹੈਗਾ, ਠੀਕ ਹੈ। ਸਾਰੇ ਬੱਚੇ ਨੇ ਲੈਕਚਰ ਲੱਗ ਲੈਣਾ। ਥੋੜ੍ਹਾ ਟੌਪਿਕ ਜਿਹੜਾ ਸਾਰਾ ਸਿਲੇਬਸ ਉਹ ਮੈਂ ਕੰਪਲੀਟ ਕਰਵਾ ਦੂੰਗਾ ਬਿਲਕੁਲ ਫ੍ਰੀ ਦੇ ਵਿੱਚ, ਟੈਨਸ਼ਨ ਨਾ ਲਓ। ਕੋਈ ਆਪਾਂ ਤੁਹਾਨੂੰ ਇਹ ਕੰਮ ਨਹੀਂ ਹੈਗਾ ਆਪਣਾ ਕਿ ਤੁਹਾਨੂੰ ਕਹਿੰਦਾ ਮਿੱਠੀ ਜਿਹੀ ਸਿੱਟ ਕੇ ਇੱਕ ਦੋ ਵੀਡੀਓ ਪ੍ਰੋਵਾਈਡ ਕਰਵਾ ਕੇ ਬਾਅਦ ਵਿੱਚ ਮੈਂ ਤੁਹਾਨੂੰ ਕਹੀ ਜਾਵਾਂ ਭਾਈ ਮੈਥੋਂ ਪੈਸੇ ਲੈ ਕੇ ਮੈਥੋਂ ਆਹ ਚੀਜ਼ ਲੈ ਲਓ, ਪੈਸੇ ਦੇ ਕੇ ਆਹ ਚੀਜ਼ ਲੈ ਲਓ। ਉਹ ਕੰਮ ਨਾ ਤਾਂ ਆਪਾਂ ਕਦੇ ਕੀਤਾ, ਨਾ ਹੀ ਕਦੇ ਕਰਨਾ ਹੈਗਾ, ਠੀਕ ਹੈ। ਜਿਹੜੇ ਵਜੋਂ ਯਕੀਨ ਆ ਉਹ ਪੜ੍ਹ ਸਕਦਾ, ਜਿਹਨੂੰ ਨਹੀਂ ਯਕੀਨ ਤਾਂ ਬਹੁਤ ਚੈਨਲ ਹੈ। ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਓ ਨਾ, ਠੀਕ ਹੈ ਜੀ। ਅਤੇ ਇਹ ਚੀਜ਼ ਕਰੋ। ਅਤੇ ਬਾਕੀ ਜਿਹੜੇ ਬੱਚੇ ਨੂੰ ਲੱਗਦਾ ਕਿ ਭਾਈ ਮੇਰੀ ਸਮਝ ਵਧੀਆ ਆਉਂਦੀ ਹੈ ਤਾਂ ਉਹ ਬੱਚਾ ਕੀ ਕਰ ਸਕਦਾ? ਤਿਆਰੀ ਕਰ ਸਕਦਾ। ਵਿਦ PDF ਸਾਰਾ ਕੁਛ ਪ੍ਰੋਵਾਈਡ ਕਰਵਾ ਦਿਆ ਕਰੂੰਗਾ ਮੈਂ, ਟੈਨਸ਼ਨ ਨਾ ਲਓ ਭਾਈ। ਅਤੇ ਆਂਗਣਵਾੜੀ ਵਾਲੇ ਸਟੂਡੈਂਟਾਂ ਦਾ ਕੱਲ੍ਹ ਲੈਕਚਰ ਲੱਗ ਚੁੱਕਿਆ, ਅੱਜ ਇਹਨਾਂ ਨੂੰ ਇੱਕ ਲੈਕਚਰ ਹੋਰ ਪ੍ਰੋਵਾਈਡ ਕਰਵਾਊਂਗਾ ਅਤੇ ਦੱਬੀ ਚੱਲੋ ਕੰਮ ਭਾਈ, ਠੀਕ ਹੈ ਨਾ। ਲਾਂਭਾ ਨਹੀਂ ਹੋਣਾ ਚਾਹੀਦਾ ਤੁਹਾਡਾ ਕਿਸੇ ਦਾ। ਆਪਣੇ ਬੱਚੇ ਬਹੁਤ ਪਿਛਲੀ ਬੱਚੇ ਪੁਲਿਸ ਦੇ ਵਿੱਚ ਆਪਣੇ ਬਹੁਤ ਬੱਚੇ ਫਿਜ਼ੀਕਲ ਵਾਸਤੇ ਸਿਲੈਕਟ ਹੋਏ ਆ, ਉਵੇਂ ਜਿਵੇਂ ਇਹਦੇ ਆਂਗਣਵਾੜੀ ਦੇ ਵਿੱਚ ਵੀ, ਅਤੇ ਆਪਣਾ ਦੂਸਰੀ ਗੱਲ ਜਿਹੜੀ ਆ ਹੈਗਾ ਵਾਰਡ ਅਟੈਂਡੈਂਟ ਦੇ ਵਿੱਚ ਵੀ, ਠੀਕ ਹੈ। ਅਤੇ ਤੁਸੀਂ ਸਿਲੈਕਟ ਹੋਣੇ ਚਾਹੀਦੇ ਹੋ। ਅਤੇ ਦੂਸਰੀ ਗੱਲ ਭਾਈ ਤੁਹਾਡਾ ਵਾਰਡ ਅਟੈਂਡੈਂਟ ਬਣਨਾਗਾ, ਤੁਸੀਂ ਕਿਤੇ ਡਾਕਟਰ ਬਣ ਕੇ ਉੱਥੇ ਹੋਣਾ ਕਿਸੇ ਦਾ ਪੁੱਠਾ ਸਿੱਧਾ ਆਪਰੇਸ਼ਨ ਕਰ ਦੇਣਾ, ਠੀਕ ਹੈ। ਇਹ ਗੱਲਾਂ ਧਿਆਨ ਰੱਖਣੀਆਂ। ਇਹਦੇ ਵਿੱਚ ਇਹੀ ਚੀਜ਼ਾਂ ਸਮਝਾਈਆਂ ਜਾਂਦੀਆਂ ਕਿ ਮਰੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। ਇਹ ਨਹੀਂ ਹੈਗਾ ਕਿ ਮਤਲਬ ਕੋਈ ਮਰੀਜ਼ ਉੱਚੀ ਉੱਚੀ ਰੋਈ ਜਾਂਦਾ ਤੁਸੀਂ ਜਾ ਕੇ ਉਹਦਾ ਥੱਪੜਾਂ ਨਾਲ ਮੂੰਹ ਘੁੱਟ ਦਿਓ ਕਿ ਕਿਉਂ ਰੋਈ ਜਾਂਦਾ, ਠੀਕ ਹੈ। ਉਹ ਚੀਜ਼ ਨੂੰ ਇੱਕ ਆਪਾਂ ਕੀ ਕਰਨਾ ਗਾ, ਮਤਲਬ ਪਿਆਰ ਨਾਲ ਹੈਂਡਲ ਕਰਨਾ ਉਹ ਚੀਜ਼ ਨੂੰ ਆਪਾਂ, ਠੀਕ ਹੈ। ਇਹ ਗੱਲਾਂ ਧਿਆਨ ਨਾਲ ਹੋਣਗੀਆਂ, ਇਹੀ ਚੀਜ਼ਾਂ 'ਚ ਸਮਝਾਈਆਂ ਹੋਈਆਂ ਗੀਆਂ, ਠੀਕ ਹੈ ਜੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।